बहुत बड़ा एक कॉन्ट्रीब्यूशन हैगी इंटरनेशनल स्टूडेंट्स की कि वो हर छोटे तो छोटा काम करते हैं, स्किल वर्क भी करते हैं बहुत सारे। पर फिर उन्होंने तो जो आते हैं इतने साढ़े कंट्री पढ़न लिए उन्होंने तो 3 गुणा 4 गुणा फीसा क्यों लैंदियां ने यूनिवर्सिटी कॉलेज। डिबेट वाली गल हैगी आ तो क्यों फॉरेन स्टूडेंट किते भी चले जाओ फॉरेन स्टूडेंट के पैसे ज़्यादा लगते क्योंकि वो उस देश के वसिंदे नहीं है। ये लुट हो रही है जी एम्पलाई की वो कानून ऑलरेडी मैं बना दिता है जी तो उन्होंने लागू करने वास्ते रैगूलेशन चल रही वो तैयारी हो रही है कि जिन्नियां इंप्लॉयमेंट एजेंसीज हैं सारियां लाइसेंसड होणगियां, उन्हां दी कंडीशनस होएगियां किहड़े काम कर सकते किहड़े नहीं कर सकते। हाँ जी टीवी पंजाब ते तुहाडा सब दा स्वागत है साथियों। अज साडे नाल गलबात दे लई बहुत ही स्पैशल एक गेस्ट जुड़े ने जिहड़े लेबर मिनिस्टर ने ब्रिटिश कोलंबिया स्टेट दे विच। ਇਹ 5 ਵਾਰ MLA ਚੁਣ ਕੇ ਹੁਣ ਮਿਨਿਸਟਰ ਨੇ ਲੇਬਰ ਮਹਿਕਮਾ ਇਹਨਾਂ ਦੇ ਪਾਸ। ਇਹਨਾਂ ਨਾਲ ਆਪਾਂ ਗੱਲਬਾਤ ਕਰਨੀ ਹੈ। ਮਿਨਿਸਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਟੀਵੀ ਪੰਜਾਬ। ਧੰਨਵਾਦ ਜੀ ਤੁਹਾਡਾ ਤੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇੱਕ ਬੈਂਸ ਸਾਹਿਬ ਇਹ ਹੋਇਆ ਵੀ ਪਿਛਲੇ ਐਸੇ ਹਫਤੇ ਸ਼ਾਇਦ ਤੁਹਾਡੇ ਇੱਕ ਮਿਨਿਸਟਰੀਅਲ ਕੁਲੀਗ ਨੇ ਇੱਕ ਸਟੇਟਮੈਂਟ ਦਿੱਤੀ ਹੈਗੀ ਹੈ ਕਿ ਅਕਤੂਬਰ ਮਹੀਨੇ 'ਚ 10,000 ਜਿਹੜੀ ਵੈਕੈਂਸੀਜ਼ ਕ੍ਰੀਏਟ ਕੀਤੀਆਂ ਗਈਆਂ, ਉਹ ਨਵੇਂ ਬੰਦੇ ਭਰੇ ਗਏ ਤੇ ਜਿਹੜਾ ਐਮਪਲੋਇਮੈਂਟ ਰੇਟ ਹੈ ਉਹ ਸਭ ਤੋਂ ਜ਼ਿਆਦਾ ਹੈਗਾ ਕੈਨੇਡਾ ਦੇ ਵਿੱਚ। ਉਹਦੇ ਬਾਰੇ ਕੀ ਕਹੋ? ਦੇਖੋ ਪੈਂਡੈਮਿਕ ਨੇ ਸਾਨੂੰ ਕਾਫੀ ਹਰਟ ਕੀਤਾ, ਸਾਰੀ ਦੁਨੀਆ ਦੇ ਵਿੱਚ ਇਹਦੀ ਮਾਰ ਪਈ, ਪਰ ਅਸੀਂ BC ਦੇ ਵਿੱਚ ਇਹੋ ਜਿਹੇ ਹਿਸਾਬ ਨਾਲ ਇਹਨੂੰ ਹੈਂਡਲ ਕੀਤਾ। ਡਾਕਟਰ ਬੌਨੀ ਹੈਨਰੀ ਤੇ ਐਡਵਿਨ ਡਿਕ ਸਾਡੇ ਜਿਹੜੇ ਪ੍ਰੀਮੀਅਰ ਸੀਗੇ ਤੇ ਅਸੀਂ ਇੰਡਸਟਰੀ ਨੂੰ ਵੀ ਚੱਲਦੇ ਰੱਖਿਆ ਬਹੁਤ ਜ਼ਿਆਦਾ ਤੌਰ ਤੇ ਔਰ ਲੋਕਾਂ ਦੀ ਜਿਹੜੀ ਸਿਹਤ ਆ ਉਹਨੂੰ ਵੀ ਪ੍ਰੋਟੈਕਸ਼ਨ ਪੂਰੀ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਜਦੋਂ ਹੁਣ ਪੈਂਡੈਮਿਕ ਤੋਂ ਥੋੜ੍ਹਾ ਛੁਟਕਾਰਾ ਪੈਣ ਲੱਗਾ ਤੇ ਇਕਨੋਮੀ ਸਾਡੀ ਇੱਕਦਮ ਬੂਮ ਕਰ ਰਹੀ ਹੈ। ਸਾਡੇ ਹੁਣ ਸਭ ਤੋਂ ਜ਼ਿਆਦਾ ਲੋਕ BC ਵਿੱਚ ਪਿਛਲੇ 60 ਸਾਲਾਂ ਵਿੱਚ ਇੰਨੇ ਨੈਟ ਗੇਨ ਸਾਨੂੰ ਨਹੀਂ ਹੋਇਆ ਪਾਪੂਲੇਸ਼ਨ ਦਾ ਜਿੰਨਾ ਸਾਨੂੰ ਪਿਛਲੇ ਸਾਲ ਹੋਇਆ। ਉਹਦੇ ਵਿੱਚੋਂ 40% ਲੋਕ ਦੂਜੇ ਸੂਬਿਆਂ 'ਚੋਂ ਆਏ। ਹੁਣ ਇਸ ਸਾਲ ਦੇ ਵਿੱਚ 2022 ਦੇ ਵਿੱਚ ਉਹ ਜਿਹੜੇ ਅੰਕੜੇ ਸੀ ਉਹ ਪਹਿਲੇ 6 ਮਹੀਨਿਆਂ ਵਿੱਚ ਵੀ ਪੂਰੇ ਹੋ ਗਏ। ਉਹਦਾ ਮਤਲਬ ਆ ਕਿ ਜਿਹੜੀਆਂ ਸਾਡੀ ਪਾਲਿਸੀਜ਼ ਹੈਗੀਆਂ ਸਾਡੀ ਸਰਕਾਰ ਦੀਆਂ, ਲੋਕੀ ਦੇਖ ਰਹੇ ਆ ਕਿ ਇੱਥੇ ਸਾਨੂੰ BC ਦੇ ਵਿੱਚ ਅਪਰਚੁਨਿਟੀਜ਼ ਮਿਲਦੀਆਂ, ਇੱਥੇ ਸਾਡੀ ਜਿਹੜੇ ਹੈਗੇ ਆ ਕੰਮ ਆ ਉਹਨਾਂ ਨੂੰ ਇੱਜ਼ਤ ਤੇ ਉਹਨਾਂ ਦੀ ਸੁਰੱਖਿਆ ਤੇ ਉਹਨਾਂ ਦੇ ਕੰਮਾਂ ਦੇ ਉੱਤੇ ਤੇ ਅਸੀਂ ਆਮ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਦਿਨ ਬਾਕੀਆਂ ਨਾਲੋਂ ਸੁਖਾਲੇ ਬਾਕੀ ਸੂਬਿਆਂ ਨਾਲੋਂ। ਇਸੇ ਕਰਕੇ ਤਕਰੀਬਨ 1,10,000 ਤੋਂ ਵੱਧ ਲੋਕ ਅੱਜ ਕੰਮ ਕਰ ਰਹੇ ਆ ਪੈਂਡੈਮਿਕ ਤੋਂ ਪਹਿਲਾਂ ਨਾਲੋਂ। ਅਨਪਲਾਇਮੈਂਟ ਰੇਟ ਸਾਡਾ ਸਾਰੇ ਕੈਨੇਡਾ ਨਾਲੋਂ ਘੱਟ ਆ। ਸੋ ਆਈ ਥਿੰਕ ਮੋਰ ਜੌਬਸ ਕ੍ਰੀਏਟ ਹੋ ਰਹੀਆਂ। ਇਹਦੇ ਨਾਲ ਕੀ ਆ ਕਿ ਅਸੀਂ ਜਿਹੜੇ ਸਾਡੇ ਸੋਸ਼ਲ ਪ੍ਰੋਗਰਾਮ ਆ ਨਾ ਉਹਨਾਂ ਨੂੰ ਵੀ ਸਟਰੋਂਗ ਬਣਾ ਰਹੇ ਹਾਂ ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤੀ ਸੀ ਸਰਕਾਰ ਬਣੀ 2017 ਦੇ ਵਿੱਚ ਉਸ ਵੇਲੇ 3 ਗੱਲਾਂ ਮੁੱਖ ਰੱਖੀਆਂ ਸੀ। ਇੱਕ ਸੀ ਕਿ ਲੋਕਾਂ ਦੀਆਂ ਜ਼ਿੰਦਗੀਆਂ ਸੁਖਾਲੀਆਂ ਬਣਾਉਣੀਆਂ, ਦੂਜਾ ਸੀਗਾ ਕਿ ਜਿਹੜੀਆਂ ਸਰਵਿਸ ਲੋਕ ਜਿਨ੍ਹਾਂ 'ਤੇ ਡਿਪੈਂਡ ਕਰਦੇ ਆ ਚਾਹੇ ਸਿਹਤ ਸੇਵਾਵਾਂ ਸੀ ਚਾਹੇ ਐਜੂਕੇਸ਼ਨ ਸੀ ਉਹਨਾਂ ਨੂੰ ਸਟਰੋਂਗ ਕਰਨਾ, ਤੀਸਰਾ ਸੀਗਾ ਵੀ ਇਕੋਨਮੀ ਇਹੋ ਜਿਹੀ ਬਿਲਡ ਕਰਨੀ ਜਿਹਦਾ ਸਾਰਿਆਂ ਨੂੰ ਫਾਇਦਾ ਹੋਵੇ ਨਾ ਕਿ ਸਿਰਫ ਉੱਪਰ ਵਾਲੇ ਥੋੜ੍ਹਿਆਂ ਨੂੰ। ਸੋ ਆਈ ਥਿੰਕ ਆਪਾਂ ਕਾਫੀ ਵਧੀਆ ਅਚੀਵਮੈਂਟ ਲੈ ਰਹੇ ਹਾਂ। ਇਸੇ ਕਰਕੇ ਸਾਡੇ ਕੋਲ ਜੌਬ ਜ਼ਿਆਦੀਆਂ ਬੰਦੇ ਘੱਟ ਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਵੱਧ ਤੋਂ ਵੱਧ ਬੰਦੇ ਸਾਡੇ BC ਵਿੱਚ ਆ ਜਾਣ ਅਤੇ ਉਹਨਾਂ ਦੀ ਸਕਿੱਲ ਨੂੰ ਰੈਕਗਨਾਈਜ਼ ਕਰੀਏ ਅਤੇ ਉਹ ਸਾਡੀ ਇਕੋਨਮੀ ਨੂੰ ਵੀ ਫਾਇਦਾ, ਉਹ ਵੀ ਆਪਣੇ ਜਿਹੜਾ ਸਕਿੱਲ ਹੈਗਾ ਉਹਨੂੰ ਪੂਰਾ ਯੂਟੀਲਾਈਜ਼ ਕਰ ਸਕਣਗੇ। ਮੈਂ ਸਭ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਵਰਕਫੋਰਸ ਦਾ ਕਿੱਡਾ ਕੁ ਵੱਡਾ ਹਿੱਸਾ ਨੇ ਜੇ ਆਪਾਂ ਬ੍ਰਿਟਿਸ਼ ਕੋਲੰਬੀਆ ਪੂਰੇ ਸੂਬੇ ਦੀ ਗੱਲ ਲਾਈ? ਕਾਫੀ ਵੱਡਾ। ਉਹਨਾਂ ਦੇ ਪਹਿਲਾਂ ਰਿਸਟ੍ਰਿਕਸ਼ਨਸ ਹੁੰਦੀਆਂ ਸੀਗੀਆਂ ਕਿ ਸਿਰਫ 20 ਘੰਟੇ ਕੰਮ ਕਰ ਸਕਦੇ ਕਿਉਂਕਿ ਉਹਨੇ ਪੜ੍ਹਨਾ ਵੀ ਹੁੰਦਾ ਸੀਗਾ। ਹੁਣ ਫੈਡਰਲ ਸਰਕਾਰ ਨੇ ਉਹ ਉਹਨਾਂ ਦੀ ਜਿਹੜੀ ਕੈਪ ਉਹ ਲਿਫਟ ਕਰ ਦਿੱਤਾ। ਹੁਣ ਉਹ ਕਾਫੀ ਘੰਟੇ ਕੰਮ ਕਰ ਸਕਦੇ, ਪੂਰੇ 40 ਘੰਟੇ ਕਰ ਸਕਦੇ ਆ। ਉਹਦੇ ਨਾਲ ਫਰਕ ਪਏਗਾ। ਉਹਦੇ ਨਾਲ ਫਰਕ ਸਿਰਫ ਉਹਨਾਂ ਸਟੂਡੈਂਟਸ ਨੂੰ ਨਹੀਂ ਪੈਣਾ, ਉਹ ਤਾਂ ਪੈਣਾ ਹੀ ਪੈਣਾ ਕਿਉਂਕਿ ਹੁਣ ਕੰਮ ਕਰਨਗੇ। ਅੱਗੇ ਐਕਸਪਲੋਟੇਸ਼ਨ ਬੜੀ ਹੁੰਦੀ ਸੀ, ਕੋਈ ਕੰਮ ਥੋੜ੍ਹੇ ਘੰਟਿਆਂ ਨਾਲ ਉਹਨਾਂ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਔਰ ਕਈ ਮਾੜੇ ਇੰਪਲੋਇਰ ਇੱਦਾਂ ਦੇ ਮਿਲ ਜਾਂਦੇ ਆ ਜਿਹੜੇ ਫਿਰ ਉਹਨਾਂ ਨੂੰ ਕਹਿੰਦੇ ਹਾਂ ਲੰਬਾ ਕੰਮ ਕਰ ਲਓ, ਪਰ ਹੁਣ ਉਹਨਾਂ ਦੇ ਜਿਹੜੀ ਹੈਗੀ ਆ ਵੀਜ਼ੇ ਦੀ ਜਿਹੜੀ ਕੰਡੀਸ਼ਨ ਲੱਗੀ ਸੀ ਵੀਜ਼ੇ ਦੀ ਉਹ ਖਰਾਬ ਹੋ ਗਈ, ਟੁੱਟ ਗਈ। ਉਹ ਫਿਰ ਕੰਪਲੇਂਟ ਵੀ ਨਹੀਂ ਕਰਦੇ ਔਰ ਪੈਸੇ ਵੀ ਉਹਨਾਂ ਨੂੰ ਫਿਰ ਬਹੁਤ ਘੱਟ ਦਿੰਦੇ ਸੀ। ਹੁਣ ਇਹਦੇ ਨਾਲ ਐਟਲੀਸਟ ਉਹਨਾਂ ਦਾ ਗੁਜ਼ਾਰਾ ਵੀ ਹੋ ਸਕਦਾ। ਮਹਿੰਗਾਈ ਬੜੀ ਆ, ਪੜ੍ਹਾਈ ਦਾ ਖਰਚ ਵੀ ਬੜਾ, ਪਿੱਛੋਂ ਬੜੀਆਂ ਆਸਾਂ ਲੈ ਕੇ ਆਏ ਹੋਏ ਹੁੰਦੇ ਸੀਗੇ, ਇੱਥੇ ਐਕਸਪਲੋਟੇਸ਼ਨ ਤੋਂ ਬਚਣਗੇ। ਦੂਜਾ ਸਾਨੂੰ ਐਜ਼ ਏ ਬ੍ਰਿਟਿਸ਼ ਕੋਲੰਬੀਅਨ ਸਾਡੇ ਸੂਬੇ ਨੂੰ ਉਹਨਾਂ ਦੇ ਜਿਹੜੇ ਸਕਿੱਲਸ ਹੈਗੇ ਆ, ਜੌਬਸ ਹੈਗੇ ਆ ਜਾਂ ਉਹਨਾਂ ਦੇ ਜਿਹੜੇ ਲੇਬਰ ਹੈਗੀ ਆ ਉਹਦਾ ਸਾਨੂੰ ਫਾਇਦਾ ਹੋ ਗਿਆ ਕਿਉਂਕਿ ਥਾਂ ਥਾਂ 'ਤੇ ਲਿਖ ਕੇ ਲੱਗਾ ਹੋਇਆ
ਕਿ ਸਾਨੂੰ ਵਰਕਰ ਚਾਹੀਦੇ ਆ। ਸੋ ਦੋਨਾਂ ਪਾਸੇ ਨੂੰ ਉਹ ਵਿਨ-ਵਿਨ ਸਿਚੁਏਸ਼ਨ ਆ। ਬੈਂਸ ਸਾਹਿਬ ਤੁਸੀਂ ਵੀ ਜਿਵੇਂ ਰਾਈਟਲੀ ਕਿਹਾ ਕਿ ਉਹਨਾਂ ਤੋਂ ਜਦੋਂ ਉਹ ਆਉਂਦੇ ਨੇ ਇੱਥੇ ਸਾਡੇ ਕੰਟਰੀ 'ਚ ਪੜ੍ਹਨ ਲਈ, ਉਹਨਾਂ ਤੋਂ 3 ਗੁਣਾ 4 ਗੁਣਾ ਫੀਸਾਂ ਕਿਉਂ ਲੈਂਦੀਆਂ ਨੇ ਯੂਨੀਵਰਸਿਟੀ ਕਾਲਜਸ? ਦੇਖੋ ਇਹ ਤਾਂ ਹਰ ਇੱਕ ਕੰਟਰੀ ਜਿਹੜੇ ਉਹਨਾਂ ਦਾ ਐਜੂਕੇਸ਼ਨ ਜਾਂ ਜਿਹੜੇ ਉਹਨਾਂ ਦੇ ਇੰਸਟੀਟਿਊਸ਼ਨ ਬਣਾਏ ਆ ਉਹ ਆਪਣੇ ਸਿਟੀਜ਼ਨਸ ਲਈ ਬਣਾਏ ਹੁੰਦੇ ਆ। ਹੁਣ ਜਿਹੜੀਆਂ ਸਿਹਤ ਸੇਵਾਵਾਂ ਦੀ ਗੱਲ ਲਾ ਲਓ, ਚਾਹੇ K to 12 ਲਾ ਲਓ, ਉਹ ਫ੍ਰੀ ਮਿਲਦੀਆਂ ਨਾ, ਉਹ ਆਪਣੇ ਲੋਕਾਂ ਲਈ ਬਣਾਈ ਹੋਈ ਹਰੇਕ ਕੰਟਰੀ ਨੇ। ਅਤੇ ਇਸੇ ਤਰ੍ਹਾਂ ਪੋਸਟ ਸੈਕੰਡਰੀ ਐਜੂਕੇਸ਼ਨ ਵੀ ਆਪਣੇ ਲਈ ਬਣਾਈ ਹੁੰਦੀ ਆ, ਉਹਦੇ ਲਈ ਉਹ ਕੋਲੋਂ ਸਬਸਿਡਾਈਜ਼ ਕਰਦੇ ਆ। ਸੋ ਆਈ ਥਿੰਕ ਪਿੱਛੇ ਥਿਊਰੀ ਇਹ ਹੁੰਦੀ ਹੈ ਕਿ ਸਰਕਾਰ ਦਾ ਫਰਜ਼ ਆਪਣੇ ਜਿਹੜੇ ਸਿਟੀਜ਼ਨ ਆਪਣੇ ਸਟੂਡੈਂਟ ਨੂੰ ਲੁੱਕ ਆਫਟਰ ਕਰਨਾ ਹੁੰਦਾ। ਹਾਂ, ਦੂਸਰੇ ਸਟੂਡੈਂਟ ਆਉਂਦੇ ਆ, ਉਹ ਫਿਰ ਉਹਦੀ ਕਾਸਟ ਜਿਹੜੀ ਹੈਗੀ ਅਸਲੀ ਉਹ ਕਾਸਟ ਦੇਣੀ ਪੈਂਦੀ ਉਹਨਾਂ ਨੂੰ, ਪਰ ਉਹਨਾਂ ਨੂੰ ਸਪੋਰਟ ਸਿਸਟਮ ਮਿਲਦਾ ਅਤੇ ਉਹਦੇ ਨਾਲ ਉਹ ਕੰਮ ਵੀ ਕਰ ਸਕਦੇ ਆ। ਸੋ ਆਈ ਥਿੰਕ ਇਹ ਸਿਸਟਮ ਇੱਕ ਡਿਬੇਟ ਵਾਲੀ ਗੱਲ ਹੈਗੀ ਆ। ਅਤੇ ਕਿਉਂ ਫੋਰਨ ਸਟੂਡੈਂਟ ਕਿਤੇ ਵੀ ਚਲੇ ਜਾਓ, ਫੋਰਨ ਸਟੂਡੈਂਟ ਦੇ ਪੈਸੇ ਜ਼ਿਆਦਾ ਲੱਗਦੇ ਕਿਉਂਕਿ ਉਹ ਉਸ ਦੇਸ਼ ਦੇ ਵਸਿੰਦੇ ਨਹੀਂ ਹੈਗੇ। ਵੈਸੇ ਇਹ ਬਹੁਤ ਵੱਡੀ ਇੱਕ ਡਿਮਾਂਡ ਉੱਠ ਰਹੀ ਹੈ ਕੰਟਰੀ ਵਾਈਡ ਕਿ ਜਦੋਂ ਕਿ ਕੈਨੇਡਾ ਨੂੰ ਬਹੁਤ ਵੱਡੀ ਵਰਕ ਫੋਰਸ ਦੀ ਲੋੜ ਹੈ ਔਰ ਸਟੂਡੈਂਟਸ ਤੋਂ ਵਧੀਆ ਜਿਹੜਾ ਯੂਥ ਤੋਂ ਵਧੀਆ ਵਰਕ ਫੋਰਸ ਨਹੀਂ ਹੋ ਸਕਦੀ ਕਿਤੇ ਵੀ, ਅਤੇ ਫਿਰ ਉਹਨਾਂ ਤੋਂ ਇੰਨੀਆਂ ਜ਼ਿਆਦਾ ਫੀਸਾਂ, ਜਾਂ ਤਾਂ ਉਹਨਾਂ ਨੂੰ ਕੋਈ ਉਸ ਤਰੀਕੇ ਦਾ ਇਨਫਰਾਸਟਰਕਚਰ ਵੀ ਫਿਰ ਉਸ ਹਿਸਾਬ ਨਾਲ ਅਪਗ੍ਰੇਡ ਹੋਵੇ। ਇਨਫਰਾਸਟਰਕਚਰ ਤਾਂ ਕੋਈ ਇੰਪਰੂਵ ਹੋ ਨਹੀਂ ਰਿਹਾ ਜੀ। ਨਹੀਂ ਦੇਖੋ ਨਾ, ਉਹ ਜਿਹੜੇ ਸਟੂਡੈਂਟ ਆ ਉਹ ਪੜ੍ਹਨ ਵਾਸਤੇ ਆਉਂਦੇ ਆ ਜੀ, ਅਤੇ ਜਿਹੜਾ ਲੇਬਰ ਫੋਰਸ ਦਾ ਕੰਮ ਆ ਉਹ ਸੈਕੰਡਰੀ ਆ ਉਹਨਾਂ ਦਾ, ਉਹ ਆਪਣੀ ਸਪੋਰਟ ਕਰਨ ਵਾਸਤੇ ਹੁੰਦਾ। ਸੋ ਐਜ਼ ਏ ਸਰਕਾਰ ਅਸੀਂ ਉਹਨਾਂ ਦੀ ਲੇਬਰ 'ਤੇ ਸਾਰੀ 'ਤੇ ਡਿਪੈਂਡ ਨਹੀਂ ਕਰ ਸਕਦੇ। ਆਪਾਂ ਨੂੰ ਹੋਰ ਜਿਹੜਾ ਇਮੀਗ੍ਰੇਸ਼ਨ ਹੈਗਾ ਉਹਦੇ ਥਰੂ, ਜਿਹੜੇ ਪ੍ਰੋਪਰ ਇਮੀਗ੍ਰੇਸ਼ਨ ਹੈਗੇ ਉਹਦੇ ਥਰੂ PNP ਪ੍ਰੋਗਰਾਮ ਸਾਰੇ ਸੂਬਿਆਂ ਦੇ ਕੋਲ ਹੈਗਾ, ਅਤੇ ਸਕਿੱਲ ਲੇਬਰਸ ਜਿਹੜੀ ਹੈਗੀ ਆ ਉਹ ਵੀ ਆਉਂਦੇ ਆ। ਉਹ ਕਾਫੀ ਸਟਰੀਮਸ ਹੈਗੀਆਂ ਜਿਹਦੇ ਥਰੂ ਇਮੀਗ੍ਰੇਸ਼ਨ ਆਉਂਦੀ ਆ, ਉਹ ਮਹਿਕਮਾ ਸਾਰਾ ਫੈਡਰਲ ਗੌਰਮੈਂਟ ਦੇ ਅੰਡਰ ਆਉਂਦਾ। ਹਾਂਜੀ, ਸੋ ਆਈ ਥਿੰਕ ਇਮੀਗ੍ਰੇਸ਼ਨ ਇੱਕ ਪਾਰਟ ਹੈਗਾ ਕਿ ਅਸੀਂ ਲੇਬਰ ਫੋਰਸ ਨੂੰ ਤਿਆਰ ਕਰੀਏ। ਦੂਜਾ ਹੈਗਾ ਕਿ ਜਿਹੜੇ ਸਾਡੇ ਇੱਥੇ ਦੇ ਬੱਚੇ ਜਿਹੜੇ ਹੁਣ ਸਕੂਲਾਂ 'ਚੋਂ ਨਿਕਲਦੇ, ਕਾਲਜ 'ਚ ਨਿਕਲਦੇ ਆ, ਅਪ੍ਰੈਂਟਿਸਸ਼ਿਪ ਕਰਦੇ ਆ, ਉਹਨਾਂ ਨੂੰ ਸਪੋਰਟ ਦਈਏ ਵੀ ਪ੍ਰੋਪਰ ਉਹਨਾਂ ਦੀ ਸਪੋਰਟ ਮਿਲੇ ਤਾਂ ਕਿ ਉਹ ਵਰਕ ਫੋਰਸ ਵਿੱਚ ਆਉਣ ਵੇਲੇ ਪੂਰੇ ਪ੍ਰਪੇਅਰ ਹੋਣ। ਨਹੀਂ, ਉਹ ਮੈਂ ਤੁਹਾਡੀ ਗੱਲ ਮੰਨਦਾ ਕਿ ਉਹ ਆਪਣੇ ਕੰਟਰੀ ਵਾਸਤੇ ਹੀ ਸਿਸਟਮ ਹੁੰਦਾ ਹੈ, ਪਰ ਜਦੋਂ ਆਪਾਂ ਇਨਵਾਈਟ ਕਰ ਰਹੇ ਹਾਂ ਸਰ ਸਟੂਡੈਂਟਸ ਨੂੰ ਬਾਹਰੋਂ, ਤਾਂ ਉਹਨਾਂ ਤੋਂ ਇੰਨੀ ਜ਼ਿਆਦਾ ਫੀਸ ਲੈਣੀ ਤਾਂ ਜਸਟੀਫਾਈਡ ਨਹੀਂ ਨਾ ਕਿ 3 ਗੁਣਾ 4 ਗੁਣਾ ਫੀਸ। ਸਟੱਡੀ ਉਹੀ ਕਰ ਰਹੇ ਨੇ ਜਿਹੜੀ ਇੱਥੋਂ ਵਾਲੇ ਸਟੂਡੈਂਟ ਕਰ ਰਹੇ ਨੇ, ਕੋਈ ਅਲੱਗ ਤਾਂ ਸਟੱਡੀ ਹੈ ਨਹੀਂ ਉਹਨਾਂ ਦੀ। ਜੇ ਆਪਾਂ ਉਹਨਾਂ ਨੂੰ ਵਰਕ ਫੋਰਸ 20 ਆਵਰਸ ਦੇ ਹਿਸਾਬ ਨਾਲ ਹੀ ਨਾਰਮਲੀ ਹੁੰਦੀ ਹੈ ਉਹਨਾਂ ਦਾ ਜਿਹੜਾ ਥਰੂ ਆਊਟ ਈਅਰ ਚੱਲਦਾ। ਇਹ ਤਾਂ ਹੁਣ ਚਲੋ ਪੈਂਡੇਮਿਕ ਕਰਕੇ ਮੈਨ ਫੋਰਸ ਘੱਟ ਹੈਗੀ ਆ, ਕੈਨੇਡਾ ਨੇ ਸਪੈਸ਼ਲ ਉਹਨਾਂ ਨੂੰ ਕਰਤਾ ਫॉर ਦਾ ਟਾਈਮਿੰਗ, ਪਰ ਅਦਰਵਾਈਜ਼ ਤਾਂ ਉਹਨਾਂ ਨੂੰ 20 ਆਵਰਸ ਹੀ ਮਿਲਦੇ ਆ ਜਸਟ ਫॉर देयर ਸਰਵਾਈਵਲ। ਪਰ ਉਹ ਜਿਹੜੀ ਇੰਨੀ ਜਸਟੀਫਾਈਡ ਫੀਸ ਹੈਗੀ ਹੈ ਕਿ ਉਹ ਜਿਹੜੇ ਘੰਟੇ ਲਾਉਣੇ ਉਹ ਫੈਡਰਲ ਗੌਰਮੈਂਟ ਦੀ ਉਹਨਾਂ ਦੇ ਅੰਡਰ ਆਉਂਦਾ ਸਾਰਾ ਕੁਛ। ਫੀਸ ਤਾਂ ਤੁਹਾਨੂੰ ਮੈਂ ਦੱਸਿਆ ਕਿ ਡਿਬੇਟ ਵਾਲੀ ਗੱਲ ਹੈਗੀ ਆ, ਆਪਾਂ ਕਰ ਸਕਦੇ ਇਹਦੇ ਉੱਤੇ ਡਿਬੇਟ ਵੀ ਕਿਉਂ ਫੀਸ ਹੈਗੀ, ਕਿੰਨੀ ਫੀਸ ਚਾਹੀਦੀ ਆ। ਲੋਕਲ ਜਿਹੜੇ ਲੋਕ ਆ ਉਹ ਹੋਰ ਡਿਮਾਂਡ ਕਰਦੇ ਆ, ਉਹ ਕਹਿੰਦੇ ਸਾਨੂੰ ਪਹਿਲਾਂ ਜਿਹੜੇ ਸਾਡੇ ਬੱਚੇ ਇਹਨਾਂ ਨੂੰ ਲੁੱਕ ਆਫਟਰ ਕਰੋ, ਇਹਨਾਂ ਦੀਆਂ ਫੀਸਾਂ ਕਿਉਂ ਨਹੀਂ ਮਾफ़ ਕਰਦੇ ਤੁਸੀਂ। ਇਹ ਡਿਬੇਟ ਚੱਲ ਰਹੀ ਆ, ਇਹਨਾਂ ਦੀਆਂ ਫੀਸਾਂ ਘਟਾ ਦਿਓ ਤੁਸੀਂ। ਔਰ ਕਈ ਸਾਡੇ ਪੇਰੈਂਟਸ ਇਹ ਕੰਪਲੇਂਟ ਕਰਦੇ ਕਿ ਫੋਰਨ ਬੱਚੇ ਆਉਂਦੇ ਤਾਂ ਸਾਡੇ ਬੱਚਿਆਂ ਨੂੰ ਜਗ੍ਹਾ ਨਹੀਂ ਮਿਲਦੀ ਉੱਥੇ। ਸੋ ਆਈ ਥਿੰਕ ਇਹ ਡਿਬੇਟ ਕਾਫੀ ਲੰਬੀ ਆ, ਕਾਫੀ ਕੰਪਲੈਕਸ ਹੈਗੀ, ਇੰਨਾ ਸੌਖਾ ਨਹੀਂ ਆਪਾਂ ਇਹਦੇ 'ਤੇ ਅੱਜ ਇਹ 'ਤੇ ਗੱਲ ਕਰੀਏ। ਪਰ ਇੱਕ ਗੱਲ ਹੈਗੀ ਆ ਵੀ ਅਸੀਂ ਐਜ਼ ਏ ਸੂਬਾ, ਸਾਡੀ ਇੱਕੋ ਹੀ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਸਰਕਾਰ ਸੂਬੇ ਦੇ ਵਿੱਚ ਸਾਰੇ ਦੇਸ਼ ਵਿੱਚ ਹੈਗੀ ਆ, ਔਰ ਇੱਥੇ ਅਸੀਂ ਉਹ ਕੰਮ ਕਰ ਰਹੇ ਹਾਂ ਜਿਹੜੇ ਕਿ ਆਮ ਲੋਕਾਂ ਨੂੰ ਫਾਇਦੇ ਹੋਣ ਵਾਲੇ ਹੁੰਦੇ ਆ। ਹੁਣ ਤੁਹਾਨੂੰ ਪਤਾ ਕਿ ਮੈਂ ਪਿਛਲੇ 2 ਹਫ਼ਤੇ ਹੋਏ ਆ WCB ਦਾ ਬਿੱਲ ਪੇਸ਼ ਕੀਤਾ, ਉਹਦੇ ਵਿੱਚ ਤਕਰੀਬਨ 7 ਧਾਰਾਵਾਂ ਹੈਗੀਆਂ, ਮੇਨ ਮੁੱਦੇ ਉਹਦੇ ਵਿੱਚ ਰੱਖੇ ਆ। ਪਹਿਲਾ ਹੈਗਾ ਕਿ ਜਦੋਂ ਬੰਦੇ ਦੇ ਕੰਮ 'ਤੇ ਸੱਟ ਲੱਗ ਜਾਂਦੀ ਸੀ ਅਤੇ ਉਹਨੂੰ ਪਰਮਾਨੈਂਟ ਪੈਨਸ਼ਨ ਲੱਗ ਜਾਂਦੀ ਸੀ, ਤਾਂ ਉਹਨੂੰ ਜਿਹੜਾ ਇਨਫਲੇਸ਼ਨ ਤੋਂ 1% ਘਟਾ ਕੇ ਉਹ ਹਰੇਕ ਸਾਲ ਉਹਨੂੰ ਵਾਧਾ ਮਿਲਦਾ ਸੀ, 1% ਘਟਾ ਦਿੰਦੇ ਸੀ। ਉਹ ਮੈਨੂੰ ਕੁਛ ਅੰਕੜੇ ਦੱਸੇ ਕਿ ਜੇ ਫਰਜ਼ ਕੀਤਾ ਕਿਸੇ ਬੰਦੇ ਨੂੰ 3000 ਦੀ ਪੈਨਸ਼ਨ ਲੱਗੀ ਜਦੋਂ ਇਹਨਾਂ ਨੇ ਪਹਿਲੀ ਲਿਬਰਲ ਸਰਕਾਰ ਨੇ BC ਲਿਬਰਲ ਸਰਕਾਰ ਨੇ ਚੇਂਜ ਲਿਆਂਦੀ 2003 ਦੇ ਵਿੱਚ, ਉਦੋਂ ਤੋਂ ਹੁਣ ਤੱਕ ਉਹ ਜੇ ਫੁੱਲ CPI ਹੁੰਦੀ ਅਤੇ ਉਹਦੀ ਤਕਰੀਬਨ $4700-4800 ਪੈਨਸ਼ਨ ਬਣਨੀ ਸੀ। ਪਰ ਹੁਣ ਇਸ ਵੇਲੇ 4000 'ਤੇ ਬੈਠਾ ਕਿਉਂਕਿ CPI -1 ਸੀ। $700 ਉਹਨੂੰ ਘਾਟਾ ਪੈ ਰਿਹਾ, ਹਰੇਕ ਸਾਲ ਪਿੱਛੇ ਜਾ ਰਿਹਾ ਉਹ। ਅਸੀਂ ਉਹ ਹੁਣ ਚੇਂਜ ਕਰ ਦਿੱਤਾ ਇਸ ਬਿੱਲ ਦੇ ਮੁਤਾਬਕ, ਅਗਾਂਹ ਵਾਸਤੇ ਸਾਰੇ ਜਿਹੜਾ ਪੈਨਸ਼ਨ ਹੋਏਗੀ ਉਹ ਫੁੱਲ CPI ਹੋਏਗੀ। ਦੂਜੀ ਵੱਡੀ ਗੱਲ ਅਸੀਂ ਰੱਖੀ ਆ ਕਿ ਅਸੀਂ ਸਿਸਟਮ ਦੇ ਵਿੱਚ ਵਰਕਰ ਅਤੇ ਇੰਪਲੋਇਰ ਦਾ ਜਿਹੜਾ ਕਾਨਫੀਡੈਂਸ ਹੈ ਉਹ ਵਧਾਉਣਾ ਚਾਹੁੰਦੇ ਹਾਂ।
ਉਹਦਾ ਮਤਲਬ ਆ ਕਿ ਅਸੀਂ ਫੇਅਰਨੈਸ ਕਮਿਸ਼ਨਰ ਦੀ ਅਪਾਇੰਟਮੈਂਟ ਕੀਤੀ ਹੈ ਕਿ ਜਿਹੜਾ ਕਿ ਇੰਡੀਪੈਂਡੈਂਟ ਹੋਏਗਾ। ਜਦੋਂ ਵਰਕਰ ਫੀਲ ਕਰਦਾ ਮੇਰੇ ਨਾਲ ਅਨਫੇਅਰ ਹੋਇਆ, ਮੇਰੇ ਨਾਲ ਫੇਅਰਨੈਸ ਨਾਲ ਪ੍ਰੋਪਰ ਨਾਲ ਡੀਲ ਨਹੀਂ ਕੀਤਾ ਮੇਰਾ ਕਲੇਮ ਨੂੰ, ਤੇ ਉਹ ਫਿਰ ਇਨਵੈਸਟੀਗੇਟ ਕਰ ਸਕਦੇ ਆ ਤੇ ਉਹਦੀ ਰეკਮੈਂਡੇਸ਼ਨ ਫਿਰ ਦੇ ਸਕਦੇ ਬੋਰਡ ਨੂੰ। ਔਰ ਹਰੇਕ ਸਾਲ ਉਹ ਆਪਣੀ ਰਿਪੋਰਟ ਦੇਣਗੇ ਜੇ ਸਿਸਟੈਮਿਕ ਅਨਫੇਅਰਨੈਸ ਕਿਤੇ ਹੁੰਦੀ ਆ ਤਾਂ ਉਹਦੇ ਬਾਰੇ ਵੀ, ਔਰ ਉਹਨੂੰ ਕਿਸ ਤਰ੍ਹਾਂ ਸੋਧਾਂ ਕਰਨੀਆਂ। ਇੱਕ ਵੱਡਾ ਕਨਫਿਊਜ਼ਨ ਬਣਦਾ ਔਰ ਡਿਸਐਗਰੀਮੈਂਟ ਹੁੰਦਾ, ਵਰਕਰ ਦਾ ਡਾਕਟਰ ਕੁਛ ਕਹਿੰਦਾ ਹੁੰਦਾ, WC ਦਾ ਡਾਕਟਰ ਕੁਛ ਕਹਿੰਦਾ ਹੁੰਦਾ, ਉਹ ਕਲੇਮ ਸਾਰਾ ਗੰਧਲੇ ਵਿੱਚ ਪੈ ਜਾਂਦਾ। ਸੋ ਉਹਦੇ ਲਈ ਅਸੀਂ ਹੁਣ ਰੱਖਿਆ ਕਿ ਇੱਕ ਇੰਡੀਪੈਂਡੈਂਟ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਹੱਕ ਹੋਏਗਾ। ਵਰਕਰ ਕਹੇਗਾ ਕਿ ਜੇ ਤੁਸੀਂ ਮੇਰੇ ਡਾਕਟਰ ਦੀ ਨਹੀਂ ਮੰਨਦੇ, ਕੋਈ ਇੰਡੀਪੈਂਡੈਂਟ ਡਾਕਟਰ ਨੂੰ ਬਣਾ ਲਓ WC ਦੀ ਬਿਨਾਂ। ਉਹ ਵੀ ਰੱਖ ਦਿੱਤਾ। ਇੱਕ ਹੁਣ ਹੈਗਾ ਕਿ ਬਹੁਤੇ ਜਿਹੜੇ ਕੁਛ ਇੰਪਲੋਇਰ ਹੁੰਦੇ ਆ, ਥੋੜ੍ਹੇ ਬੈਡ ਇੰਪਲੋਇਰ ਆ, ਆਮ ਸਾਰੇ ਠੀਕ ਹੀ ਹੁੰਦੇ ਆ, ਥੋੜ੍ਹੇ ਉਹ ਜਿਹੜੇ ਇਹੋ ਜਿਹੇ ਜਿਹੜੇ ਕਿ ਵਰਕਰ ਦੇ ਕੰਮ 'ਤੇ ਸੱਟ ਲੱਗ ਜਾਂਦੀ, ਉਹਨੂੰ ਕਹਿੰਦੇ ਤੂੰ ਕਲੇਮ ਨਾ ਕਰ, ਤੂੰ ਸਿਕਨੈਸ 'ਤੇ ਚਲਾ ਜਾ, ਤੂੰ ਡਾਕਟਰ ਨੂੰ ਨਾ ਦੱਸੀ, WC ਨੂੰ ਨਾ ਦੱਸੀ। ਉਹ ਸਿਸਟਮ ਸਾਰਾ ਦਾ ਸਾਰਾ ਪਬਲਿਕ ਹੈਲਥ ਕੇਅਰ 'ਤੇ ਪੈਂਦਾ, ਜਦ ਕਿ ਉਹ ਵਰਕਰ ਕੰਪਨਸੇਸ਼ਨ ਦਾ ਉਹ ਕੰਮ ਆ, ਉੱਥੋਂ ਸਾਰੇ ਪੈਸੇ ਹੋਣੇ ਚਾਹੀਦੇ ਉਹਨੂੰ, ਉਹ 'ਤੇ ਉਹਦੀ ਕੇਅਰ ਹੋਣੀ ਚਾਹੀਦੀ, ਉਹਦੇ 'ਤੇ ਉਹਨੂੰ ਪੈਨਸ਼ਨ ਮਿਲਣੀ ਚਾਹੀਦੀ, ਉਹ ਤੋਂ ਸਭ ਕੁਝ ਹੋਣਾ ਚਾਹੀਦਾ। ਅਸੀਂ ਉਹ ਵੀ ਹੁਣ ਉਹਦਾ ਕਾਨੂੰਨ ਬਣਾ ਦਿੱਤਾ ਕਿ ਉਹ ਕਿਸੇ ਨੂੰ ਜ਼ਬਰਦਸਤੀ ਨਾਲ ਜਾਂ ਡਿਸਕਰੇਜ ਨਹੀਂ ਕਰ ਸਕਦੇ ਕਲੇਮ ਕਰਨ ਤੋਂ। ਇੱਕ ਸੀਗਾ ਕਿ ਤੁਹਾਡੇ ਕਈ ਵਾਰੀ ਅਪੀਲਾਂ ਸਿਸਟਮ ਪੈ ਜਾਂਦਾ ਤੇ ਤੁਹਾਡਾ ਹੱਕ ਬਣਦਾ ਸੀ ਪੈਸਿਆਂ ਦਾ, ਉਹ ਸਾਲ ਲੱਗ ਜਾਂਦਾ ਸੀ, ਤੇ ਪਰ ਜੇ ਮਿਲ ਵੀ ਜਾਂਦੇ ਸੀ ਤੇ ਪਿਛਲਾ ਇੰਟਰਸਟ ਕੋਈ ਸੀ ਨਹੀਂ ਮਿਲਦਾ। ਹੁਣ ਅਸੀਂ ਇਹ ਕਰਦਾ ਵੀ ਜੇ 6 ਮਹੀਨੇ ਤੋਂ ਬਾਅਦ ਕਲੇਮ ਦਾ ਤੁਹਾਡਾ ਜ਼ਿਆਦਾ ਲੱਗ ਗਿਆ ਤੇ ਉਹਨੂੰ ਇੰਟਰਸਟ ਮਿਲੇਗਾ ਬਾਅਦ 'ਚ। ਇੱਕ ਕੰਨਾਂ 'ਤੇ ਤੁਹਾਨੂੰ ਪਤਾ ਆਵਾਜ਼ ਬੜੀ ਹੁੰਦੀ ਹੈ, ਆਵਾਜ਼ ਤੁਹਾਡੇ ਕੰਨਾਂ ਦੀ ਜਿਹੜੀ ਆ ਉਹ ਡੈਮੇਜ ਹੋ ਜਾਂਦੇ ਆ। ਅੱਗੇ ਉਹਨਾਂ ਨੇ ਟੋਟਲ ਡਿਸੇਬਿਲਿਟੀ ਦਾ 15% ਪੈਨਸ਼ਨ ਲਾਉਂਦੇ ਸੀ ਵੱਧ ਤੋਂ ਵੱਧ ਮੈਕਸਿਮਮ। ਸੋ ਅਸੀਂ ਉਹ ਵੀ ਚੇਂਜ ਕਰ ਦਿੱਤਾ ਵੀ ਹੁਣ ਉਹ 'ਤੇ ਕੋਈ ਲਿਮਿਟ, ਬੋਰਡ ਹੁਣ ਗਾਹਾਂ ਉੱਪਰ ਜੋ ਮਰਜ਼ੀ ਕਰ ਸਕਦੇ ਆ। ਸੋ ਕਾਫੀ ਅਸੀਂ ਇਹ ਚੇਂਜਸ ਲਿਆ ਰਹੇ ਹਾਂ ਜਿਹਦੇ ਨਾਲ ਸਿਸਟਮ ਜਿਹੜਾ ਵਰਕਰ ਕੰਪਨਸੇਸ਼ਨ ਸਿਸਟਮ ਉਹ ਆ ਕਿ ਜਦੋਂ ਵਰਕਰ ਜਿਹੜਾ ਆ ਉਹਨੂੰ ਕੰਮ 'ਤੇ ਸੱਟ ਲੱਗਦੀ ਆ, ਕੰਮ 'ਤੇ ਉਹਨੂੰ ਬਿਮਾਰੀ ਲੱਗ ਜਾਂਦੀ ਹੈ ਕੰਮ ਕਰਕੇ, ਤੇ ਉਹ ਸਿਸਟਮ ਹੋਵੇ ਜੇ 'ਤੇ ਉਹ ਡਿਪੈਂਡ ਕਰ ਸਕਦਾ ਹੋਵੇ, ਉਹ 'ਤੇ ਰਿਲਾਈ ਕਰ ਸਕਦਾ ਹੋਵੇ, ਉਹ ਫੇਅਰ ਸਿਸਟਮ ਹੋਵੇ, ਬੈਲੈਂਸ ਸਿਸਟਮ ਹੋਵੇ, ਜਿਹਦੇ ਨਾਲ ਇੰਪਲੋਇਰ ਦਾ ਵੀ ਖਰਚਾ ਬਹੁਤਾ ਨਾ ਵਧੇ ਤੇ ਵਰਕਰ ਦੀ ਵੀ ਲੁੱਕ ਆਫਟਰ ਪ੍ਰੋਪਰ ਹੋਵੇ। ਸੋ ਇਹ ਆਉਣ ਵਾਲੇ ਵੀਕ ਦੇ ਵਿੱਚ ਅਸੀਂ ਜਾਣਾ ਹੁਣ ਵਾਪਸ ਉਹ 'ਤੇ ਦੁਬਾਰਾ ਜਿਹੜੀ ਫਾਈਨਲ ਬਹਿਸ ਹੋਏਗੀ ਕਮੇਟੀ ਸਟੇਜ ਦੇ ਉੱਤੇ, ਤੇ ਮੈਨੂੰ ਆਸ ਹੈ ਕਿ ਨੈਕਸਟ ਵੀ ਪਾਸ ਹੋ ਜਾਏਗਾ। ਤੇ ਅਸੀਂ ਵਰਕਰ ਕੰਪਨਸੇਸ਼ਨ ਸਿਸਟਮ ਉਹ ਬਣਾ ਰਹੇ ਹਾਂ ਜਿਹੜੇ ਕਿ ਵਰਕਰ ਡਿਪੈਂਡ ਕਰ ਸਕਦੇ ਉੱਤੇ। ਇਹ ਬਹੁਤ ਅੱਛਾ, ਚਲੋ ਤੁਸੀਂ ਕਰਨ ਜਾ ਰਹੇ ਹੋ ਪਹਿਲ ਕਦਮੀ, ਅੱਛੀ ਗੱਲ ਹੈ ਜੀ। ਪਰ ਬਹੁਤ ਸਾਰੀਆਂ ਇੱਥੇ ਇੰਪਲਾਇਮੈਂਟ ਏਜੰਸੀਜ਼ ਆਪਰੇਟ ਕਰਦੀਆਂ ਮੈਂ ਸਭ, ਉਹ ਕੀ ਕਰਦੀਆਂ ਨੇ ਕਿ ਉਹਨਾਂ ਦੇ ਥਰੂ ਬਹੁਤ ਸਾਰੇ, ਚਾਹੇ ਉਹ ਫਿਸ਼ ਕੈਨਰੀਜ਼ ਹੋਣ, ਚਾਹੇ ਹੋਰ ਕਾਫੀ ਜਗ੍ਹਾ ਫੈਕਟਰੀਆਂ ਦੇ ਵਿੱਚ ਵਰਕਰ ਉਹਨਾਂ ਦੇ ਥਰੂ ਜਾਂਦੇ ਨੇ, ਚਾਹੇ ਉਹ ਖੇਤਾਂ ਦੇ ਵਿੱਚ ਕੰਮੇ ਹੋਣ, ਤਾਂ ਉਹ ਕੀ ਕਰਦੇ ਨੇ ਵੀ ਉਹ ਉੱਥੋਂ ਜੇ ਕੋਈ $20 ਜਾਂ $22 ਮਿਲਦੇ ਨੇ ਉਹਨਾਂ ਨੂੰ ਫੈਕਟਰੀ 'ਚੋਂ, ਉਹ ਇੰਪਲਾਇਰ ਜਿਹੜੀ ਇੰਪਲਾਈ ਨੂੰ ਦਿੰਦੇ ਨੇ ਉਹ $15 ਜਾਂ ਕਈ ਵਾਰੀ ਉਸ ਤੋਂ ਵੀ ਘੱਟ ਦਿੰਦੇ। ਤਾਂ ਉਹ ਇਹ ਜਿਹੜੀਆਂ ਇਹ ਲੁੱਟ ਹੋ ਰਹੀ ਹੈ ਜਿਹੜੀ ਇੰਪਲਾਈ ਦੀ, ਉਹ ਕਾਨੂੰਨ ਆਲਰੇਡੀ ਮੈਂ ਬਣਾ ਦਿੱਤਾ ਆ ਜੀ, ਤੇ ਉਹਨੂੰ ਲਾਗੂ ਕਰਨ ਵਾਸਤੇ ਰੈਗੂਲੇਸ਼ਨ ਚੱਲਦੀ, ਉਹਦੇ ਲਈ ਤਿਆਰੀ ਹੋ ਰਹੀ ਆ ਕਿ ਜਿੰਨੀਆਂ ਇੰਪਲੋਇਮੈਂਟ ਏਜੰਸੀਜ਼ ਹੈਗੀਆਂ ਸਾਰੀਆਂ ਲਾਇਸੈਂਸਡ ਹੋਣਗੀਆਂ, ਉਹਨਾਂ ਦੇ ਕੰਡੀਸ਼ਨਸ ਹੋਏਗੀਆਂ, ਕਿਹੜੇ ਕੰਮ ਕਰ ਸਕਦੇ ਕਿਹੜੇ ਨਹੀਂ ਕਰ ਸਕਦੇ, ਹਾਂਜੀ ਉਹਨਾਂ ਦੇ ਲੈਵਲ ਬਣਾਏ ਜਾਣਗੇ। ਸੋ ਆਈ ਥਿੰਕ ਉਹ ਵੀ ਅਸੀਂ ਕੰਮ ਕਰ ਰਹੇ ਹਾਂ। ਟੈਂਪਰਰੀ ਫੋਰਨ ਵਰਕਰ ਪ੍ਰੋਟੈਕਸ਼ਨ ਐਕਟ ਅਸੀਂ ਆਲਰੇਡੀ ਲੈ ਕੇ ਆਂਦਾ, ਕਿਉਂਕਿ ਟੈਂਪਰਰੀ ਫੋਰਨ ਵਰਕਰ ਆਉਂਦੇ ਸੀ, ਉਹਨਾਂ ਨੂੰ ਡਰਾ ਧਮਕਾ ਕੇ ਪਾਸਵਰਡ ਵੀ ਖੋਲ੍ਹੇ ਜਾਂਦੇ ਸੀ, ਇੱਕ ਕਮਰੇ ਦੇ ਵਿੱਚ 5-5 ਬੰਦੇ ਬਾੜੇ ਹੁੰਦੇ ਸੀਗੇ। ਅਸੀਂ ਹੁਣ ਉਹਦਾ ਵੀ ਕਾਨੂੰਨ ਬਣਾ ਦਿੱਤਾ ਕਿ ਜਿਹੜੇ ਇਮੀਗ੍ਰੇਸ਼ਨ ਰਿਕਰੂਟਰ ਹੈਗੇ ਆ ਨਾ, ਉਹਨਾਂ ਨੂੰ ਲਾਇਸੈਂਸ ਲੈਣਾ ਪਏਗਾ, ਜਿਹੜਾ ਇੰਪਲੋਇਰ ਉਹਨਾਂ ਨੂੰ ਹਾਇਰ ਕਰਦਾ ਉਹਨੂੰ ਰਜਿਸਟਰ ਹੋਣਾ ਪਏਗਾ ਸਾਨੂੰ, ਔਰ ਇੰਪਲੋਇਮੈਂਟ ਸਟੈਂਡਰਡ ਬ੍ਰਾਂਚ ਨੂੰ ਪਤਾ ਹੋਏਗਾ ਵਰਕਰ ਕਿੱਥੇ ਕੰਮ ਕਰ ਰਹੇ ਟੈਂਪਰਰੀ ਫੋਰਨ ਵਰਕਰ, ਉੱਥੇ ਪ੍ਰੋਐਕਟਿਵਲੀ ਜਾ ਕੇ ਆਰਡਰ ਕਰ ਸਕਣਗੇ ਉਹ। ਔਰ ਜੇ ਉਹਨਾਂ ਤੋਂ ਕਾਨੂੰਨ ਦੇ ਉਲਟ ਕੋਈ ਫੀ ਲਈ ਉਹਨਾਂ 'ਤੇ ਚਾਰਜਸ ਲੱਗ ਸਕਦੇ ਆ। ਸੋ ਬਹੁਤ ਕੰਮ ਅਸੀਂ ਕਰ ਰਹੇ ਹਾਂ, ਪਰ ਹਲੇ ਬਹੁਤ ਕੁਝ ਕਰਨ ਵਾਲੇ ਹੈਗੇ ਆ। ਟਾਈਮ ਸਾਨੂੰ ਸਰਕਾਰ ਬਣਾਉਣੀ ਸਿਰਫ 5 ਸਾਲ ਹੀ ਹੋਏ ਆ, ਇੰਨੇ ਚੇਂਜ ਵਿੱਚ ਬਹੁਤ ਕੁਝ ਚੇਂਜ ਹੋ ਗਿਆ, ਪਰ ਬਹੁਤ ਕੁਝ ਹੋਣ ਹਲੇ ਲੋੜ ਹੈਗੀ ਆ। ਉਹਦੇ 'ਚ 1-2 ਨੁਕਤੇ ਇਹ ਵੀ ਹੈਗੇ ਨੇ ਵੈਸੇ ਸਾਹਿਬ, ਜਿਹੜੇ ਇੰਪਲਾਈਜ਼ ਦੀ ਸੈਲਰੀ ਹੈ ਉਹ ਥਰੂ ਏਜੰਸੀਜ਼ ਜਾਂਦੀ ਹੈ, ਜਿਹੜੀ ਕਿ ਡਾਇਰੈਕਟ ਇੰਪਲਾਈ ਨੂੰ ਜਾਣੀ ਚਾਹੀਦੀ ਹੈ, ਨੰਬਰ 1 ਤਾਂ। ਨੰਬਰ 2, ਜਿਹੜਾ ਇੱਦਾਂ ਦੇ ਇੰਪਲਾਈ ਜਿਹੜੇ ਏਜੰਸੀਜ਼ ਦੇ ਥਰੂ ਰੂਟ ਹੋ ਕੇ ਜਾਂਦੇ ਨੇ, ਉਹਨਾਂ ਦੀ ਕੋਈ ਇੰਸ਼ੋਰੈਂਸ ਨਹੀਂ ਹੁੰਦੀ, ਉਹਨਾਂ ਨੂੰ ਕੋਈ ਵਰਕ ਦੇ ਉੱਥੇ ਕੋਈ ਇੰਜਰੀ ਹੋ ਜਾਏ, ਉਹਨਾਂ ਦਾ ਕੋਈ ਪਰਮਾਨੈਂਟ ਉਹਨਾਂ ਨੂੰ ਕੋਈ ਨਹੀਂ, ਉਹ ਵਰਕਰ ਕੰਪਨਸੇਸ਼ਨ ਦੇ ਅੰਡਰ ਕਵਰਡ ਆ। ਸੋ ਮੈਂ ਤੁਹਾਨੂੰ ਦੱਸਦਾ ਕਿ ਉਹਦੇ ਲਈ ਅਸੀਂ ਕਾਨੂੰਨ ਲਿਆ ਰਹੇ ਹਾਂ, ਆਲਰੇਡੀ ਕਾਨੂੰਨ ਬਣਾ ਦਿੱਤਾ ਆ, ਉਹਦੇ 'ਤੇ ਰੈਗੂਲੇਸ਼ਨ ਬਣ ਰਹੇ ਆ ਵੀ ਕਿਹੜੀਆਂ ਕੰਡੀਸ਼ਨ ਉਹਨਾਂ 'ਤੇ ਲੱਗਣੀਆਂ, ਹਾਂਜੀ। ਸੋ ਉਹ ਜਲਦੀ ਮੈਨੂੰ ਮੇਰਾ ਸਟਾਫ ਜਿਹੜਾ ਕੰਮ ਕਰ ਰਿਹਾ ਉਹਦੇ 'ਤੇ
ਉਹ ਜਲਦੀ ਉਹ ਵੀ ਸਾਹਮਣੇ ਆ ਜਾਏਗਾ। ਇੱਕ ਆਪਾਂ ਨੂੰ ਜਿਵੇਂ ਇੱਥੇ ਇਨਫਲੇਸ਼ਨ ਬਹੁਤ ਜ਼ਿਆਦਾ ਹੈ, ਜਿਹੜੇ ਮਾਈਗ੍ਰੈਂਟ ਲੋਕਾਂ ਦੇ ਕਈ ਵਿਜ਼ਟਰ ਵੀਜ਼ੇ ਤੇ ਆਉਂਦੇ ਨੇ, ਉਹ ਕਈ ਵਾਰੀ ਕੰਮ ਉਹਨਾਂ ਤੋਂ ਏਜੰਸੀਆਂ ਲੈਂਦੀਆਂ ਨੇ, ਉਹ ਚਾਹੇ ਇਲੀਗਲੀ ਲੈਂਦੀਆਂ ਨੇ। ਕੀ ਉਹਨਾਂ ਦੀ ਕੋਈ ਰੈਗੂਲੇਸ਼ਨ ਹੋ ਸਕਦੀ ਹੈ ਜੇ ਸਾਨੂੰ ਖੇਤਾਂ 'ਚ ਸਸਤੇ ਕੰਮ ਦੀ ਲੋੜ ਹੈ ਕਿ ਉਹਦੇ ਨਾਲ ਇਨਫਲੇਸ਼ਨ ਵੀ ਕੰਟੇਨ ਹੋਵੇ, ਸਸਤੇ ਕੰਮ ਵੀ ਮਿਲ ਜਾਣ ਤੇ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਕੰਮ ਮਿਲ ਜੇ? ਕੋਈ ਇੱਦਾਂ ਦੇਖੋ, ਇਹ ਫੈਡਰਲ ਇਮੀਗ੍ਰੇਸ਼ਨ ਦਾ ਮਾਮਲਾ ਸਾਰਾ ਫੈਡਰਲ ਸਰਕਾਰ ਦਾ, ਅਸੀਂ ਪ੍ਰੋਵਿੰਸ ਦੇ ਵਿੱਚ ਸਾਡਾ ਉਹਦੇ ਨਾਲ ਸੇ ਕੋਈ ਨਹੀਂ ਹੈਗਾ। ਕੀ ਫੈਡਰਲ ਸਰਕਾਰ ਕਰਦੀ ਆ, ਉਹ ਉਹਨਾਂ ਨੂੰ ਵਰਕ ਪਰਮਿਟ ਵਿਜ਼ਟਰ ਨੂੰ ਦਿੰਦੀ ਆ ਜਾਂ ਨਹੀਂ ਦਿੰਦੀ, ਉਹ ਉਹਨਾਂ ਦਾ ਮਹਿਕਮਾ ਆ। ਤੇ ਇਲੀਗਲ ਕੰਮ ਜਿਹੜੀ ਕਰਦੀ, ਇਲੀਗਲ ਦੇ ਤਾਂ ਮੈਂ ਹੱਕ 'ਚ ਹੈ ਨਹੀਂ। ਇਲੀਗਲ ਕੰਮ ਕਰਨਾ ਚਾਹੀਦਾ ਨਹੀਂ ਹੈਗਾ। ਤੁਸੀਂ ਆਏ ਹੋ, ਇਸ ਦੇਸ਼ ਨੇ ਸਾਨੂੰ ਬਹੁਤ ਕੁਛ ਦਿੱਤਾ, ਔਰ ਕਾਨੂੰਨ ਦੇ ਮੁਤਾਬਿਕ ਚੱਲੋ ਇੱਥੇ, ਤੇ ਸ਼ਾਰਟਕਟ ਨਾ ਕਰੋ, ਇੱਕ ਦੂਜੇ ਦਾ ਹੱਕ ਨਾ ਮਾਰੋ। ਹਾਂਜੀ, ਇਹ ਦੇਸ਼ ਦੇ ਵਿੱਚ ਇੰਨਾ ਕੁਛ ਹੈਗਾ, ਤੁਸੀਂ ਇਮਾਨਦਾਰੀ ਨਾਲ ਕੰਮ ਕਰਕੇ ਬਹੁਤ ਕੁਛ ਬਣਾ ਸਕਦੇ ਆ ਐਜ਼ ਏ ਵਰਕਰ ਜਾਂ ਐਜ਼ ਏ ਐਮਪਲੋਇਰ। ਤੁਸੀਂ ਸ਼ਾਰਟਕਟ ਕਰੋਗੇ, ਕਿਸੇ ਦਾ ਹੱਕ ਮਾਰੋਗੇ, ਉਹ ਨਾ ਕਿ ਵਰਕਰ ਦਾ ਹੱਕ ਮਾਰਦਾ, ਤੁਸੀਂ ਨਾਲ ਦੇ ਐਮਪਲੋਇਰ ਜਿਹੜੇ ਹੈਗੇ ਆ ਉਹਦੇ ਲਈ ਵੀ ਉਹਨੂੰ ਡਿਸਐਡਵਾਂਟੇਜ ਪਾਉਂਦੇ ਆ। ਉਹ ਜਿਹੜਾ ਕਾਨੂੰਨ ਦੇ ਮੁਤਾਬਿਕ ਚੱਲ ਰਿਹਾ, ਉਹਨੂੰ ਤੁਹਾਡੇ ਨਾਲ ਕੰਪੀਟ ਕਰਨਾ ਔਖਾ ਹੋ ਜਾਂਦਾ। ਸੋ ਆਈ ਥਿੰਕ ਮੈਂ ਜਿੰਨੇ ਕਾਨੂੰਨ ਅਸੀਂ ਬਣਾਉਂਦੇ ਆ, ਅਸੀਂ ਮੇਨ ਗੱਲ ਰੱਖਦੇ ਹਾਂ, ਠੀਕ ਆ ਵਰਕਰ ਨੂੰ ਫਾਇਦਾ ਤਾਂ ਉਹਦਾ ਹੋਣਾ, ਪਰ ਨਾਲ ਜਿਹੜੇ ਗੁੱਡ ਇੰਪਲੋਇਰ ਆ, 95, 96, 98% ਗੁੱਡ ਇੰਪਲੋਇਰ ਆ, ਉਹਨਾਂ ਨੂੰ ਵੀ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਦਾ ਅਨਫੇਅਰ ਐਡਵਾਂਟੇਜ ਇਹ ਨਾ ਲੈ ਜਾਣ ਹੇਰਾਫੇਰੀ ਕਰਕੇ, ਜਿਹੜੇ 2-4 ਬੈਡ ਇੰਪਲੋਇਰ ਹੁੰਦੇ ਆ। ਸੋ ਆਈ ਥਿੰਕ ਕੰਮ ਸਾਡੇ ਬਹੁਤ ਹੋ ਗਏ ਆ। ਟਾਈਮ ਹਲੇ ਸਰਕਾਰ ਬਣਨ ਨੂੰ ਥੋੜ੍ਹਾ ਹੋਇਆ, ਪਰ ਹਲੇ ਬਹੁਤ ਕੁਝ ਕਰਨ ਵਾਲਾ ਪਿਆ। ਗਿਗ ਇਕੋਨਮੀ ਤੁਹਾਨੂੰ ਪਤਾ ਕਿ ਉਹ ਵਰਕਰ ਕੰਮ ਕਰਦੇ ਆ, ਚਾਹੇ ਉਹ ਟਰਾਂਸਪੋਰਟੇਸ਼ਨ ਦੇ ਵਿੱਚ ਟੈਕਸੀਆਂ ਵਿੱਚ ਆ, ਅਤੇ ਚਾਹੇ ਉਹ ਫੂਡ ਡਿਲੀਵਰੀ ਦੇ ਵਿੱਚ। ਉਹਦੇ ਲਈ ਵੀ ਮੇਰੇ ਪਾਰਲੀਮੈਂਟਰੀ ਸੈਕਟਰੀ ਆਰਮ ਵਾਕਰ ਹੋਣੀ ਸਾਰੇ ਸੂਬੇ ਦੇ ਵਿੱਚ ਜਾ ਰਹੇ ਆ। ਆਉਣ ਵਾਲੇ 1-2 ਵੀਕਾਂ ਦੇ ਵਿੱਚ ਸਰੀ ਵਿੱਚ ਵੀ ਆਉਣਗੇ ਉਹ। ਔਰ ਜਿਹੜੇ ਵਰਕਰ ਆ ਅਤੇ ਇੰਪਲੋਇਰ ਹੈਗੇ ਆ ਅਤੇ ਜਿਹੜੇ ਲੇਬਰ ਯੂਨੀਅਨਸ ਹੈਗੇ, ਉਹਨਾਂ ਸਾਰਿਆਂ ਨਾਲ ਉਹ ਕੰਟੈਕਟ ਕਰ ਰਹੇ ਆ ਕਿ ਦੱਸੋ ਆਪਣਾ ਤਜਰਬਾ ਕੀ ਆ ਅਤੇ ਕਿਹੋ ਜਿਹੀ ਤੁਹਾਡੇ ਇੰਪਲੋਇਮੈਂਟ ਦੀ ਵਰਕਿੰਗ ਕੰਡੀਸ਼ਨ ਹੈ, ਤਾਂ ਕਿ ਅਸੀਂ ਉਹਦੇ ਮੁਤਾਬਕ ਪ੍ਰੋਪਰ ਕਾਨੂੰਨ ਬਣਾ ਸਕੀਏ ਜੇ ਕਿਤੇ ਗੈਪ ਹੈਗਾ। ਇੱਕ ਬੈਂਸ ਸਾਹਿਬ, ਜਿਹੜਾ ਮਿਨੀਮਮ ਬੇਸਿਸ ਦਾ ਮਾਮਲਾ ਹੈਗਾ, $15.65 ਹੁਣ ਮਿਨੀਮਮ ਬੇਸਿਸ ਹੈਗੇ ਨੇ, ਅਤੇ ਜਿਹੜੀ ਲਿਵਿੰਗ ਕੋਸਟ ਹੈ ਉਹ ਵਿਕਟੋਰੀਆ ਦੇ ਵਿੱਚ $24.29 ਅਤੇ ਆਪਣੇ ਵੈਂਕੂਵਰ ਦੇ ਵਿੱਚ $24.08 ਇਸ ਲੈਵਲ ਦੀ ਜਿਹੜੀ ਲਿਵਿੰਗ ਕੋਸਟ ਹੈਗੀ ਹੈ ਪਰ ਆਵਰਲੀ, ਜੇ ਆਪਾਂ ਪਰ ਪਰਸਨ ਦੇਖੀਏ, ਅਤੇ ਇਹ ਕਿੱਥੇ ਮੈਚ ਹੈ ਜੀ ਇਹਦਾ? ਸੋ ਬਿਲਕੁਲ ਸਹੀ ਗੱਲ ਆ। ਇਹ ਸਾਨੂੰ ਪਤਾ ਸੀਗਾ ਵੀ ਇਹ ਕਾਸਟ ਆਫ ਲਿਵਿੰਗ ਕਾਫੀ ਹਾਈ ਆ, ਕਿਉਂਕਿ ਇੰਟਰਨੈਸ਼ਨਲ ਜਿਹੜੀ ਇਨਫਲੇਸ਼ਨ ਦਾ ਕੰਮ, ਉਹ 'ਤੇ ਸਾਡੇ 'ਤੇ ਵੀ ਅਸਰ ਪੈ ਰਿਹਾ। ਰਸ਼ੀਆ ਦੀ ਲੜਾਈ, ਉਹਦੇ ਨਾਲ ਆਇਲ ਦੀਆਂ ਪ੍ਰਾਈਸਿਸ ਹੱਪ, ਫਿਰ ਜਿਹੜੀ ਆ ਪੈਂਡੈਮਿਕ ਕਰਕੇ ਜਿਹੜੀ ਸਾਡੀ ਹੈਗੀ ਆ ਫੂਡ ਸਪਲਾਈ ਹੈਗੀ ਆ, ਸਪਲਾਈ ਚੇਨ ਸਾਰੀ ਸਲੋ ਹੋ ਗਈ ਸੀ, ਬੰਦ ਹੋ ਗਈ, ਉਹਦੇ ਨਾਲ ਕੀਮਤਾਂ ਉੱਪਰ ਚਲੀਆਂ ਗਈਆਂ। ਅਤੇ ਪਰ ਅਸੀਂ ਤੁਹਾਨੂੰ ਦੱਸਿਆ ਕਿ ਆਲਰੇਡੀ ਬਹੁਤ ਕਦਮ ਚੁੱਕੇ ਸੀ, ਤਾਂ ਕਿ ਹਾਲੇ ਫਿਰ ਵੀ ਆਪਾਂ ਚੰਗੇ ਹੈਗੇ ਆ BC ਦੇ ਵਿੱਚ। ਅਸੀਂ ਆਉਂਦਿਆਂ ਨੇ ਪਹਿਲਾਂ ਜਿਹੜੇ ਹੈਗੇ ਆ MSP ਪ੍ਰੀਮੀਅਮ ਉਹ ਚੱਕ ਦਿੱਤੇ, ਖਤਮ ਕਰਤੇ ਬਿਲਕੁਲ। ਉਹਨਾਂ $1,800 ਪਰ ਫੈਮਿਲੀ ਜਿਹੜੀ ਆ ਉਹਨੂੰ ਫਾਇਦਾ ਹੁੰਦਾ ਸਾਲ ਦਾ। ਟੋਲਸ ਅਸੀਂ ਚੁੱਕ ਦਿੱਤੇ, ਜਿਹਨਾਂ $1,600 ਪਰ ਪਰਸਨ ਦਾ ਹਰੇਕ ਸਾਲ ਦਾ ਫਾਇਦਾ ਹੁੰਦਾ। ਫਿਰ ਅਸੀਂ ਉਸ ਤੋਂ ਬਾਅਦ ਮਿਨੀਮਮ ਵੇਜ, ਜਦੋਂ ਸਾਡੀ ਸਰਕਾਰ ਬਣੀ 2017 ਦੇ ਵਿੱਚ, ਵਨ ਆਫ ਦਾ ਲੋਅਸਟ ਸੀਗੀ ਕੈਨੇਡਾ ਦੇ ਵਿੱਚੋਂ, ਕਿਉਂਕਿ ਪਹਿਲੀ BC ਲਿਬਰਲ ਸਰਕਾਰ ਨੇ 10 ਸਾਲ ਮਿਨੀਮਮ ਵੇਜ ਫਰੀਜ਼ ਕਰ ਰੱਖੀ ਸੀ, ਔਰ ਉੱਪਰ ਵਾਲੇ 2% ਜਿਹੜੇ ਹਾਈਐਸਟ ਵੇਜ ਅਰਨਰ ਸੀ ਉਹਨਾਂ ਨੂੰ ਟੈਕਸ ਬ੍ਰੇਕ ਦਿੰਦੇ ਸੀ। ਅਸੀਂ ਉਹ ਖਤਮ ਕੀਤਾ ਕੰਮ, ਔਰ ਅਸੀਂ ਫੇਅਰ ਵੇਜਸ ਕਮਿਸ਼ਨ ਮੈਂ ਅਪਾਇੰਟ ਕੀਤਾ ਸੀਗਾ, ਜਿਨ੍ਹਾਂ ਨੇ ਸਾਨੂੰ ਰੈਕਮੈਂਡੇਸ਼ਨ ਦਿੱਤੀਆਂ ਕਿਸ ਤਰ੍ਹਾਂ ਮਿਨੀਮਮ ਵੇਜ ਅਸੀਂ ਵਧਾ ਕੇ ਉੱਪਰ ਲੈ ਕੇ ਜਾਈਏ। ਹੁਣ ਅੱਜ ਸਾਡੀ ਮਿਨੀਮਮ ਵੇਜ $15.65 ਹੋ ਗਈ ਆ, ਔਰ ਸਾਰੇ ਕੈਨੇਡਾ ਦੇ ਸੂਬਿਆਂ ਨਾਲੋਂ ਜ਼ਿਆਦਾ ਆ। ਪਰ ਬੈਂਸ ਸਾਹਿਬ, ਤੁਸੀਂ ਸਰਕਾਰ ਦਾ ਇਹ ਸੀਗਾ ਕਿ ਇਨਫਲੇਸ਼ਨ ਨਾਲ ਜੋੜਨਾ ਇਹਨੂੰ ਹੈਗਾ, ਸੋ ਉਹ ਕੀਤਾ ਹੋਇਆ। ਸੋ ਤੁਹਾਨੂੰ ਮੈਂ ਦੱਸ ਰਿਹਾ, ਔਰ ਉਸ ਤੋਂ ਬਾਅਦ ਜਦੋਂ ਅਸੀਂ ਕਿਹਾ ਸੀ ਵੀ 15 ਤੋਂ ਉੱਪਰ ਹੋ ਗਏ, ਅਸੀਂ ਉਹਨੇ ਇਨਫਲੇਸ਼ਨ ਨਾਲ ਜੋੜ ਲੈਣਾ। ਲਾਸਟ ਵਾਲੀ ਜਿਹੜੀ ਇਨਫਲੇਸ਼ਨ ਜਿਹੜੇ ਰੇਟ ਵਧਿਆ ਸੀ, ਇਨਫਲੇਸ਼ਨ ਨਾਲ ਹੀ ਵਧਿਆ ਸੀਗਾ। ਆਉਣ ਵਾਲੇ ਵੀ ਰੇਟ ਇੱਦਾਂ ਹੀ ਵਧਣਗੇ। ਸੋ ਅਸੀਂ ਆਲਰੇਡੀ ਕੀਤਾ ਹੋਇਆ। ਸੋ ਮਤਲਬ ਇੰਨੇ ਇੱਕ ਜਿਹੜਾ ਚਾਈਲਡ ਬੈਨੀਫਿਟ ਪ੍ਰੋਗਰਾਮ ਅਸੀਂ ਬਣਾਉਣਾ, ਉਹਨੂੰ ਵੀ ਇੰਪਰੂਵ ਕੀਤਾ। ਜਿਹੜਾ ਕਲਾਈਮੇਟ ਐਕਸ਼ਨ ਟੈਕਸ ਸੀਗਾ, ਉਹਨੂੰ ਟੈਕਸ ਕ੍ਰੈਡਿਟ, ਉਹਨੂੰ ਵੀ ਅਸੀਂ ਹੁਣ ਐਕਸਟਰਾ ਹੋਰ ਦੇ ਰਹੇ ਹਾਂ। ਅਤੇ ਆ ਜਿਹੜੇ ਸਾਡੇ ICBC ਦੇ ਰੇਟ ਜਿਹੜੇ ਆ, ਤਕਰੀਬਨ 25% ਸਾਡੇ ਘਟੇ ਆ, ਔਰ ਉਹਦੇ ਨਾਲ ਕੈਸ਼ ਰਿਬੇਟ ਵੀ ਲੋਕਾਂ ਨੂੰ ਗਈਆਂ। ਆਉਣ ਵਾਲੇ ਕੁਝ ਵੀਕਸ ਦੇ ਵਿੱਚ ਤੁਸੀਂ ਦੇਖੋ BC ਹਾਈਡਰੋ ਵਾਲੇ ਵੀ ਰਿਬੇਟ ਭੇਜ ਰਹੇ ਆ। ਸੋ ਮਤਲਬ ਇਹ ਅਸੀਂ ਜਿੰਨਾ ਵੀ ਸਾਡੇ ਸੂਬੇ ਸਰਕਾਰ ਦੇ ਹੱਥ 'ਚ ਹੈਗਾ, ਉਹਦੇ ਮੁਤਾਬਿਕ ਜਿੰਨਾ ਕੁ ਅਸੀਂ ਆਮ ਲੋਕਾਂ ਦੀ ਸਪੋਰਟ ਕਰ ਸਕਦੇ ਹਾਂ, ਮਦਦ ਕਰ ਸਕਦੇ ਹਾਂ, ਉਹਨਾਂ ਨੂੰ ਇੱਕ ਪਹਿਲੀ ਤਾਂ ਗੱਲ ਹੈ ਉਹਨਾਂ ਦੀ ਇਨਕਮ ਵਧਾਉਣ ਦੀ ਕੋਸ਼ਿਸ਼, ਦੂਜੇ ਪਾਸੇ ਦੇ ਖਰਚੇ ਘਟਾਉਣ ਦੀ ਮਤਲਬ। ਪਰ ਜਿਹੜਾ ਇੰਟਰਨੈਸ਼ਨਲ ਜਿਹੜਾ ਇਨਫਲੇਸ਼ਨ ਜਿਹੜਾ ਸਾਡੇ 'ਤੇ ਆ ਕੇ ਧਾਵਾ ਕਰ ਦਿੱਤਾ,
ਉਹਦੇ ਨਾਲ ਉਹਦਾ ਕੰਟਰੋਲ ਸਾਡੇ ਤੇ ਨਹੀਂ ਹੈਗਾ। ਸੋ ਆਈ ਥਿੰਕ ਪਰ ਕਿਉਂਕਿ ਅਸੀਂ ਸਰਕਾਰ ਲੋਕਾਂ ਦਾ ਧਿਆਨ ਰੱਖਣ ਵਾਲੀ ਸਰਕਾਰ ਆ, ਆਮ ਲੋਕਾਂ ਦਾ, ਅਸੀਂ ਉਹ ਚੀਜ਼ਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਲੋਕਾਂ ਨੂੰ ਅਸੀਂ ਸਪੋਰਟ ਕਰ ਸਕੀਏ ਤਾਂ ਕਿ ਉਹਨਾਂ ਦੇ ਜਿਹੜੀਆਂ ਜ਼ਿੰਦਗੀਆਂ ਥੋੜ੍ਹੀਆਂ ਸੁਖਾਲੀਆਂ ਰਹਿਣ। ਪਰ ਬੈਂਸ ਸਾਹਿਬ, ਜਿੰਨਾ ਹੁਣ ਇਹ ਇਨਫਲੇਸ਼ਨ ਵਧੀ ਹੋਈ ਹੈ, ਜਿਸ ਹਿਸਾਬ ਨਾਲ ਇਹ ਜਿਹੜਾ ਡੇਲੀ ਆਵਰਲੀ ਰੇਟ ਹੈਗਾ, ਉਹਦੇ ਨਾਲ ਤਾਂ 2 ਬੰਦੇ ਪੂਰੇ 4 ਫੈਮਿਲੀ ਮੈਂਬਰ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਿਲ ਚੱਲਦਾ ਹੈਗਾ। ਇਨ ਕੇਸ ਉਹ ਕੋਈ ਚਾਹਣ ਘਰ ਬਣਾਉਣਾ ਜਾਂ ਕੋਈ ਹੋਰ ਅੱਗੇ ਕੋਈ ਐਸੈਟ ਘਰ ਦਾ ਬਣਾਉਣਾ, ਤਾਂ ਉਹਦੇ ਕਾਂਟ ਡੂ ਇਟ। ਦੇਖੋ, ਇਹ ਮਿਨੀਮਮ ਵੇਜ ਜਿਹੜੀ ਹੈ ਨਾ, ਇੱਕ ਮਿਨੀਮਮ ਸਟੈਂਡਰਡ ਰੱਖਿਆ ਜਾਂਦਾ। ਸਾਡੇ ਜਿਹੜੇ ਐਵਰੇਜ ਵੇਜ BC ਦੀ ਆ ਉਹ $31 ਤੋਂ ਵੱਧ ਆ, ਪਰ ਇਹਨੂੰ ਕੋਈ ਦੋਰਾਵਾਂ ਨਹੀਂ ਕਿ ਮਿਨੀਮਮ ਵੇਜ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈਗੀ ਆ, ਪਰ ਮਿਨੀਮਮ ਵੇਜ ਦੇ ਨਾਲ ਜਿਹੜੇ ਛੋਟੇ ਇੰਪਲੋਇਰ ਹੈ ਜ਼ਿਆਦਾ, ਔਰ ਤੁਸੀਂ ਉਹਨਾਂ ਦਾ ਖਿਆਲ ਵੀ ਕਰਨਾ ਹੁੰਦਾ ਵੀ ਉਹ ਕਿੰਨਾ ਕੁ ਭਾਰ ਸਹਾਰ ਸਕਦੇ ਆ। ਸੋ ਇੱਕ ਫਾਇਦਾ ਕਰਦੇ ਹੋਏ ਤੁਸੀਂ ਦੂਜੇ ਦਾ ਨੁਕਸਾਨ ਕਰਕੇ ਤਾਂ ਅਨਪਲਾਇਮੈਂਟ ਵੱਧ ਗਿਆ। ਸੋ ਆਈ ਥਿੰਕ ਇਹ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਅਪਰੋਚ ਜਦੋਂ ਲੈ ਕੇ ਤਾਂ ਹੀ ਉਹ ਫੇਅਰਨੈਸ ਕਮਿਸ਼ਨਰ ਜਿਹੜਾ ਅਸੀਂ ਬਿਠਾਇਆ ਸੀਗਾ, ਉਹਨਾਂ ਦੇ ਵਿੱਚ ਇੱਕ BC ਬਿਜ਼ਨਸ ਕਾਉਂਸਲ ਦਾ ਚੀਫ ਇਕਾਨਮਿਸਟ ਸੀਗਾ, ਇੱਕ ਯੂਨੀਅਨ ਦਾ ਰਿਪਰੈਜ਼ੈਂਟੇਟਿਵ ਸੀਗਾ, ਇੱਕ UBC ਦੇ ਪ੍ਰੋਫੈਸਰ ਸੀਗੇ। ਉਹਨਾਂ ਨੇ ਸਾਰੀ ਰਿਸਰਚ ਕਰਕੇ ਲੋਕਾਂ ਨੂੰ ਸੁਣ ਕੇ, ਬਿਜ਼ਨਸ ਤੋਂ ਸੁਣ ਕੇ, ਵਰਕਰਾਂ ਨੂੰ ਸੁਣ ਕੇ, ਫਿਰ ਉਹਨਾਂ ਨੇ ਮੈਨੂੰ ਰეკਮੈਂਡੇਸ਼ਨ ਦਿੱਤੀ ਸੀ ਕਿਸ ਤਰ੍ਹਾਂ ਵਧਣਾ ਤੁਸੀਂ, ਔਰ ਇਸੇ ਕਰਕੇ ਆਪਣੀ ਮਿਨੀਮਮ ਵੇਜ ਸਾਰੇ ਕੈਨੇਡਾ ਦੇ ਸੂਬਿਆਂ ਨਾਲੋਂ ਵੱਧ ਆਇਆ ਇਸ ਵੇਲੇ। ਜਿਸ ਚੀਜ਼ ਦਾ ਮੈਨੂੰ ਮਾਣ ਆ। ਉਹਦੇ ਨਾਲ ਹੋਰ ਦੇਖੋ, ਸਾਡੇ ਜੇ ਵਰਕਰ ਬਿਮਾਰ ਹੋ ਜਾਂਦਾ ਸੀ, ਉਹਨੂੰ ਘਰ ਰਹਿਣਾ ਪੈਂਦਾ ਸੀ ਤਾਂ ਵੇਜਸ ਲੂਜ਼ ਹੁੰਦੀਆਂ। ਅਸੀਂ 5 ਪੇਡ ਸਿਕ ਡੇਜ਼ ਲੈ ਆਉਂਦੇ BC ਇਕੱਲਾ ਹੀ ਸੂਬਾ ਜਿੱਥੇ 5 ਪੇਡ ਸਿਕ ਡੇਜ਼ ਆ। ਔਰਤਾਂ ਨੂੰ ਬਰਾਬਰਤਾ ਦੇਣ ਵਾਸਤੇ, ਉਹਨਾਂ ਦੇ ਹੱਕ ਵਧਾਉਣ ਵਾਸਤੇ, ਡੋਮੈਸਟਿਕ ਵਾਇਲੈਂਸ ਜਾਂ ਸੈਕਚੁਅਲ ਵਾਇਲੈਂਸ ਦਾ ਸ਼ਿਕਾਰ ਕੋਈ ਵੀ ਹੁੰਦਾ ਸੀਗਾ, ਉਹਨੂੰ ਅੱਗੇ ਟਾਈਮ ਆਫ ਕਰਕੇ ਆਪਣਾ ਜਿਹੜਾ ਜ਼ਿੰਦਗੀ ਨੂੰ ਮੁੜ ਕੇ ਸੰਭਾਲਣਾ ਪੈਂਦਾ ਸੀ। ਬੱਚਿਆਂ ਦਾ ਨਵਾਂ ਸਕੂਲ, ਨਵਾਂ ਕਿਰਾਏ 'ਤੇ ਦੇਖਣਾ, ਬੈਂਕ ਚੇਂਜ ਕਰਨੀ। ਹੁਣ ਉਹਨਾਂ ਵਾਸਤੇ ਵੀ 5 ਪੇਡ ਡੇਜ਼ ਹੈਗੇ ਅਵੇਲੇਬਲ। ਮਤਲਬ ਤੁਸੀਂ ਕਿਸੇ ਪਾਸਿਓਂ ਦੇਖੋ, ਸਰਕਾਰ ਅਸੀਂ ਦੇਖ ਰਹੀ ਵੀ ਕਿਸ ਤਰ੍ਹਾਂ ਮਦਦ ਕਰੀਏ ਆਮ ਲੋਕਾਂ ਦੀ, ਜਿਹੜੇ ਰੋਜ਼ਾਨਾ ਕੰਮ ਕਰਨ ਵਾਲੇ ਲੋਕ ਆ। ਸਵੇਰ ਨੂੰ ਆਪਣਾ ਲੰਚ ਕਿਟ ਬਣਾਉਂਦੇ ਆ, ਕੰਮ 'ਤੇ ਜਾਂਦੇ ਆ, ਸਖਤ ਮਿਹਨਤ ਕਰਦੇ ਆ, ਟੈਕਸ ਆਪਣਾ ਪੂਰਾ ਪੇ ਕਰਦੇ ਆ, ਲਾਅ ਨੂੰ ਜਿਹੜਾ ਪੂਰਾ ਅਬਾਈਡ ਕਰਦੇ ਹੈਗੇ ਆ। ਅਤੇ ਉਹ ਕਹਿੰਦੇ ਆ ਕਿ ਉਹਨਾਂ ਬੰਦਿਆਂ ਵਾਸਤੇ ਅਸੀਂ ਕੀ ਅਸੀਂ ਫਾਇਦਾ ਕਰ ਸਕੀਏ। ਔਰ ਮਿਨੀਮਮ ਵੇਜ ਜਦੋਂ ਵੱਧਦੀ ਹੈ ਨਾ, ਤੇ ਬਾਕੀ ਸਾਰੀਆਂ ਵੇਜ ਉੱਪਰ ਨੂੰ ਜਾਂਦੀਆਂ। ਹਾਂਜੀ, ਸੋ ਆਈ ਥਿੰਕ ਇਹੋ ਜਿਹਾ ਆਪਾਂ ਜੇ ਸਾਰਿਆਂ ਨੂੰ ਐਡ ਕਰ ਲਈਏ ਨਾ, ਅਤੇ ਪਿੱਛੇ ਜਿਹੜੀ ਸਾਡੇ ਪੁਰਾਣਾ ਬਜਟ ਨਿਕਲਿਆ 2021 ਵਾਲਾ, ਉਹਦੇ ਵਿੱਚ ਕਲੀਅਰਲੀ ਇੱਕ ਪੇਜ ਤੁਹਾਨੂੰ ਮੈਂ ਦਿਖਾਵਾਂਗਾ ਕਿ ਵੀ 80,000 ਕਮਾਉਣ ਵਾਲੀ ਇੱਕ ਫੈਮਿਲੀ, 4 ਹੋਏ ਹਸਬੈਂਡ ਵਾਈਫ ਅਤੇ 2 ਬੱਚੇ, ਉਹ 2016 ਦੇ ਮੁਕਾਬਲੇ ਹੁਣ 40% ਉਹਨਾਂ ਦਾ BC ਦਾ ਟੈਕਸ ਘਟਿਆ ਹੋਇਆ। ਔਰ ਇਸ ਜੇ ਕੋਵਿਡ ਦੇ ਨਾ ਆਪਾਂ ਨੂੰ ਹਿੱਟ ਕਰਦਾ, ਇੰਟਰਨੈਸ਼ਨਲ ਜਿਹੜੀ ਹੈਗੀ ਆ ਇਨਫਲੇਸ਼ਨ ਨਾ ਹਿੱਟ ਕਰਦੀ, ਤਾਂ ਜਿਹੜੀ ਸਾਡੀ ਮਿਨੀਮਮ ਵੇਜ ਅਤੇ ਜਿਹੜਾ ਲਿਵਿੰਗ ਵੇਜ ਦਾ ਹੈ ਨਾ ਗੈਪ ਘਟਣਾ ਸ਼ੁਰੂ ਹੋ ਗਿਆ ਸੀ। ਜੇ ਤੁਸੀਂ ਉਹ ਆંકੜੇ ਦੇਖੋ 2019 ਤੋਂ ਲੈ ਕੇ 2020 ਦੇ ਤਾਂ 2021 ਦੇ, ਹਾਂਜੀ, ਸੋ ਆਲਮੋਸਟ $1 ਘਟ ਗਿਆ ਸੀਗਾ। ਇੱਥੇ ਦੀ ਜਿਹੜੀ ਸਾਡੀ ਲਿਵਿੰਗ ਵੇਜ ਸੀ ਉਹ ਘਟ ਗਈ ਸੀਗੀ, $21 ਤੋਂ ਘਟ ਕੇ $20 ਤੇ ਆ ਗਈ ਸੀ, ਅਤੇ ਮਿਨੀਮਮ ਵੇਜ ਅਸੀਂ ਉੱਪਰ ਕਰ ਰਹੇ ਸੀ। ਸੋ ਅਸੀਂ ਗੈਪ ਘਟਾ ਰਹੇ ਹਾਂ। ਔਰ ਦੂਜਾ ਜਿਹੜਾ ਫੇਅਰਨੈਸ ਕਮਿਸ਼ਨ ਮੈਂ ਬਿਠਾਇਆ ਹੋਇਆ, ਫੇਅਰ ਵੇਜਸ ਕਮਿਸ਼ਨ, ਉਹਦੀ ਇੱਕ ਲਾਸਟ ਕੰਮ ਉਹਨਾਂ ਨੂੰ ਇਹ ਦਿੱਤਾ ਹੋਇਆ ਕਿ ਮਿਨੀਮਮ ਵੇਜ ਅਤੇ ਲਿਵਿੰਗ ਵੇਜ ਦਾ ਜਿਹੜਾ ਫਰਕ ਆ, ਉਹਨੂੰ ਘਟਾਉਣ ਲਈ, ਉਹਨੂੰ ਡੀਲ ਕਰਨ ਵਾਸਤੇ ਕੀ ਰეკਮੈਂਡੇਸ਼ਨ, ਉਹ ਰਿਪੋਰਟ ਵੀ ਮੈਨੂੰ ਆਉਣ ਵਾਲੀ ਆ। ਸੋ ਜਲਦੀ ਅਸੀਂ ਉਹ ਵੀ ਦੇਖਾਂਗੇ ਵੀ ਕੀ ਕਰ ਸਕਦੇ ਉਹਦੇ ਬਾਰੇ। ਬੈਂਸ ਸਾਹਿਬ, ਇੱਕ ਜਿਹੜੇ ਦਸਤਾਰਧਾਰੀ ਸਿੱਖ ਨੇ, ਉਹਨਾਂ ਦੀ ਡਿਮਾਂਡ ਰਹੀ ਹੈ ਕਾਫੀ ਦੇਰ ਤੋਂ ਕਿ ਉਹਨਾਂ ਨੂੰ ਵਰਕ ਪਲੇਸ 'ਤੇ ਜਿਹੜੇ ਕੰਸਟਰਕਸ਼ਨ ਦੇ ਕੰਮ ਨੇ ਜਾਂ ਫੈਕਟਰੀ 'ਚ ਹੈਵੀ ਲੋਡ ਵਾਲੇ ਕੰਮ ਨੇ, ਉੱਥੇ ਉਹਨਾਂ ਨੂੰ ਜਿਹੜਾ ਹਾਰਡ ਇੱਕ ਮੈਟਲ ਦੀ ਉਹ ਕੈਪ ਪਹਿਨਣੀ ਪੈਂਦੀ ਹੈ, ਉਹ ਉਹਨਾਂ ਨੂੰ ਇਹ ਹੈ ਕਿ ਛੂਟ ਦਿੱਤੀ ਜਾਵੇ, ਪਗੜੀ ਪਹਿਨ ਕੇ ਕੰਮ ਕਰ ਸਕਣ। ਉਹਦਾ ਕਾਨੂੰਨ ਬਣਾ ਦਿੱਤਾ ਆਲਰੇਡੀ ਸੀ, ਉਹ ਬਣ ਗਿਆ। ਉਹਦਾ ਇਹ ਕੀਤਾ ਕਿ ਅੱਗੇ ਹੁੰਦਾ ਸੀਗਾ ਕਿ ਬਾਹਰ ਲਿਖ ਕੇ ਲਾਇਆ ਹੁੰਦਾ ਸੀ ਕਿਸੇ ਫੈਕਟਰੀ ਦੇ ਮਿੱਲ ਵਿੱਚ ਅੰਦਰ ਵੜਨਾ ਕਿ ਇੱਥੇ ਹਾਰਡ ਹੈਟ ਪਾ ਕੇ ਹੁਣ ਆਉਣਾ ਪੈਣਾ ਜੀ। ਹੁਣ ਅਸੀਂ ਇਹ ਕਰ ਦਿੱਤਾ ਕਿ ਕਮਿਊਨਿਟੀ ਨੇ ਸਾਰੇ ਨੂੰ ਅਸੀਂ ਕੰਸਲਟ ਕੀਤਾ ਵੀ ਕਿਸ ਤਰ੍ਹਾਂ ਇਹਨੂੰ ਡੀਲ ਕਰਨਾ ਚਾਹੀਦਾ, ਕਿਉਂਕਿ ਵਰਕਰ ਦੀ ਸੇਫਟੀ ਤਾਂ ਨੰਬਰ 1 ਪ੍ਰਾਇਓਰਟੀ ਹੈ ਹੀ ਹੈ ਸਾਡੀ। ਸੋ ਹੁਣ ਇਹ ਕਰ ਦਿੱਤਾ, ਐਮਪਲੋਇਰ ਤੁਹਾਨੂੰ ਹਾਰਡ ਹੈਟ ਪਾਉਣ ਤੇ ਮਜਬੂਰ ਕਰਨ ਤੋਂ ਪਹਿਲਾਂ ਰਿਸਕ ਅਸੈਸਮੈਂਟ ਕਰੇਗਾ ਵੀ ਇੱਥੇ ਸਿਰ 'ਤੇ ਸੱਟ ਲੱਗਣ ਦਾ ਕਿੰਨਾ ਕੁ ਰਿਸਕ ਹੈਗਾ। ਜੇ ਹੈ ਨਹੀਂ ਤਾਂ ਫਿਰ ਲੋੜ ਨਹੀਂ, ਜੇ ਹੈਗਾ ਤਾਂ ਉਹਨੂੰ ਪਹਿਲਾਂ ਬਾਈ ਇੰਜੀਨੀਅਰਿੰਗ ਜਾਂ ਪਾਲਿਸੀ ਵਾਈਜ਼ ਉਹਨੂੰ ਇੰਪਰੂਵ ਕਰੇਗਾ, ਉਹ ਰਿਸਕ ਨੂੰ ਖਤਮ ਕਰੇਗਾ।
ਜੇ ਬਿਲਕੁਲ ਫੇਰ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਫੇਰ ਜ਼ਿਆਦਾ ਪਤਾ ਵੀ ਇੱਥੇ ਸੱਟ ਲੱਗਣ ਦਾ ਬਹੁਤ ਜ਼ਿਆਦਾ ਖਤਰਾ ਹੈਗਾ ਆ, ਤਾਂ ਫੇਰ ਹੀ ਉਹ ਕਹਿ ਸਕਦੇ ਹਾਰਡ ਹੈਡ ਪਾਓ। ਸੋ ਕਾਫੀ ਚੇਂਜ ਆ ਗਈ ਹੈ ਐਕਸੈਪਸ਼ਨਲ ਕੇਸਿਸ ਦੇ ਵਿੱਚ ਹੀ ਹੈ। ਹਾਂਜੀ, ਜਿੱਥੇ ਖਤਰਾ ਸਿਰ ਤੇ ਸੱਟ ਲੱਗਣ ਦਾ ਨਾ, ਜਿਹੜਾ ਉਹ ਹਟਾ ਨਹੀਂ ਸਕਦੇ। ਜੀ ਜੀ। ਤੇ ਹੁਣ ਲੌਗਿੰਗ ਆ, ਤੁਹਾਨੂੰ ਪਤਾ ਲੌਗਿੰਗ ਕਰਦੇ ਤੁਸੀਂ ਉੱਤੋਂ ਦਰਖਤ ਤੋਂ ਟਾਹਣੀਆਂ ਟੁੱਟ ਕੇ ਡਿੱਗਦੀਆਂ ਥੱਲੇ, ਉਹ ਤੋਂ ਬਚਾਅ ਹੋਣਾ ਬੜਾ ਔਖਾ। ਸੋ ਉਹੋ ਜਿਹੀ ਜਗ੍ਹਾ ਦੇ ਉੱਤੇ ਤੁਸੀਂ ਮਾਈਨਿੰਗ ਅੰਡਰਗਰਾਊਂਡ ਕੰਮ ਕਰਦੇ ਹੋ, ਉੱਤੋਂ ਪੱਥਰ ਡਿੱਗਦੇ ਆ। ਸੋ ਆਈ ਥਿੰਕ ਬਹੁਤ ਜਿਹੜੇ ਖਤਰੇ ਵਾਲੇ ਕੰਮ ਹੈਗੇ ਆ, ਜਿੱਥੇ ਫਲਾਈਂਗ ਆਬਜੈਕਟਸ ਹੈ ਕਿਤੇ ਇੱਧਰ ਉੱਧਰ ਜਾਂਦੇ ਆ, ਉੱਥੇ ਉਹਨਾਂ ਨੂੰ ਫਿਰ ਹੈਲਮਟ ਪਾਉਣਾ ਪੈਣਾ। ਪਰ ਪਹਿਲਾਂ ਜਿਹੜਾ ਹੈਗਾ ਜਿਹੜਾ ਰਿਸਕ ਆ ਉਹਨੂੰ ਘਟਾਓ, ਉਹਨੂੰ ਬੰਦ ਕਰੋ। ਉਹਨੂੰ ਜੇ ਪ੍ਰੋਟੈਕਸ਼ਨ ਵਾਲੇ ਨੂੰ ਮਿਲ ਸਕਦੀ ਆ, ਮੈਟਲ ਦਾ ਬਕਸਾ ਬਣਾ ਕੇ ਕੁਛ ਹੋ ਕੇ ਉਹ ਕਰ ਸਕਦੇ ਆ, ਕਰਨਾ ਚਾਹੀਦਾ। ਤੇ ਇਹ ਕਾਨੂੰਨ ਅਸੀਂ ਜਦੋਂ ਸਾਡੀ ਸਰਕਾਰ ਬਣੀ, ਇਹ ਅਸੀਂ ਕਮਿਟਮੈਂਟ ਕੀਤੀ ਸੀ, ਔਰ ਕਮਿਊਨਿਟੀ ਨਾਲ ਰਲ ਕੇ WSO ਵਰਗੀਆਂ ਸੰਸਥਾਵਾਂ ਨਾਲ, ਉਹਨਾਂ ਦੇ ਲੋਅਰ ਨਾਲ ਰਲ ਕੇ ਅਸੀਂ ਇਹ ਇੱਕ ਸਿਸਟਮ ਲੈ ਕੇ ਆਏ ਹਾਂ। ਹਾਂ, ਐਜ਼ ਅ ਫਸਟ ਸਟੈਪ ਆ BC ਕੈਨੇਡਾ ਵਿੱਚ ਸਭ ਤੋਂ ਪਹਿਲਾਂ ਇਹੀ ਆ ਸਾਡੇ BC ਦੇ ਵਿੱਚ, ਕਿਉਂਕਿ ਅਸੀਂ ਹਿਊਮਨ ਰਾਈਟ ਨੂੰ ਬਲੀਵ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਪਿਛੋਕੜ ਦਾ ਜਿਹੜਾ ਵਰਕਰ ਆ, ਉਹਨੂੰ ਕੰਮ ਦੀ ਫੁੱਲ ਜਿਹੜੀ ਹੈਗੀ ਆਪਰਚੁਨਿਟੀ ਮਿਲਣੀ ਚਾਹੀਦੀ ਆ। ਉਹਦੇ ਧਰਮ ਕਰਕੇ ਧਾਰਮਿਕ ਜਿਹੜੇ ਉਹ ਪ੍ਰੈਕਟਿਸ ਕਰਦੇ ਆ, ਉਹਦੇ ਕਰਕੇ ਉਹ ਰਿਸਟ੍ਰਿਕਸ਼ਨ ਨਾ ਹੋਵੇ। ਸੋ ਆਈ ਥਿੰਕ ਕਾਫੀ ਕੰਮ ਤੁਹਾਨੂੰ ਮੈਂ ਦੱਸਿਆ ਨਾ, ਕਾਫੀ ਇਹਨੇ ਥੋੜ੍ਹੇ ਟਾਈਮ ਵਿੱਚ ਬਹੁਤ ਕੰਮ ਹੋ ਗਿਆ ਆ, ਹਾਲੇ ਬਹੁਤ ਕੁਝ ਕਰਨਾ ਉਹਦਾ ਇਹ ਵੀ ਕਾਰਨ ਹੈ ਕਿ ਤੁਸੀਂ ਖੁਦ ਯੂਨੀਅਨਿਸਟ ਰਹੇ ਹੋ ਪਹਿਲਾਂ ਬੜਾ ਲੰਬਾ ਟਾਈਮ, ਤੇ ਤੁਹਾਨੂੰ ਉਹਨਾਂ ਦੀ ਪ੍ਰੋਬਲਮ ਬਾਰੇ ਵੀ ਪਤਾ ਹੈਗਾ ਕਾਫੀ ਹੱਦ ਤੱਕ। ਦੇਖੋ, ਜਦੋਂ ਤੁਹਾਡਾ ਤਜਰਬਾ ਹੈਗਾ ਤਾਂ ਉਹਦਾ ਫਾਇਦਾ ਤਾਂ ਹੁੰਦਾ ਜੋ ਤੁਸੀਂ ਸਿੱਖਿਆ ਹੁੰਦਾ। ਪਰ ਇਹ ਸਰਕਾਰ ਹੀ ਆ, ਜਿਹੜਾ ਨਿਊ ਡੈਮੋਕ੍ਰੇਟ ਪਾਰਟੀ ਜਿਹੜੀ ਆ, ਇਹਨਾਂ ਦੇ ਜੀਨ ਦੇ DNA ਦੇ ਵਿੱਚ ਹੈਗਾ ਕਿ ਹਿਊਮਨ ਰਾਈਟ ਦੀ ਪ੍ਰੋਟੈਕਸ਼ਨ ਵਾਸਤੇ ਪਹਿਲਾਂ ਤੋਂ ਮੁੱਦਗੀ ਰਹੇ ਆ, ਇਹ ਚੈਂਪੀਅਨ ਰਹੇ ਆ। ਇਲੈਕਸ਼ਨ ਭਾਵੇਂ ਹਾਰ ਜੇ, ਕਹਿੰਦੇ ਨਹੀਂ ਜਿਹੜਾ ਰਾਈਟ ਥਾਂ 'ਤੇ ਖੜਨਾ ਉੱਥੇ ਖੜਨਾ ਹੀ ਖੜਨਾ ਸੀ। ਔਰ ਵਰਕਰ ਦੇ ਰਾਈਟ ਵਾਸਤੇ ਹਮੇਸ਼ਾ ਖੜਦੇ ਰਹੇ ਆ, ਸਮਾਲ ਬਿਜ਼ਨਸ ਦੇ, ਫਾਰਮਰਸ ਦੇ ਹੱਕ ਵਾਸਤੇ ਹਮੇਸ਼ਾ ਖੜਦੇ ਰਹੇ ਆ। ਸੋ ਇਹ ਇਹਨਾਂ ਦਾ ਐਕਚੁਅਲੀ ਇੱਕ ਬੇਸਿਕ ਆਈਡੀਓਲੋਜੀ ਆ। ਤੇ ਇਹ ਕਹਿੰਦੇ ਕਿ ਬੈਲੈਂਸ ਚਾਹੀਦਾ। ਬਿਜ਼ਨਸ ਨੂੰ ਇਨਵਾਈਟ ਕਰਦੇ ਆ, ਆਓ ਇਨਵੈਸਟ ਕਰੋ। ਸਾਡੇ ਇੱਥੇ ਦੇ এনवायरमेंटਲ ਤੇ ਜਿਹੜੇ ਲੇਬਰ ਤੇ ਹਿਊਮਨ ਰਾਈਟ ਕਾਨੂੰਨਾਂ ਨੂੰ ਉਹਨਾਂ ਨੂੰ ਪੂਰੀ ਉਹ 'ਤੇ ਪੂਰਤੀ ਕਰੋ। ਤੇ ਦੂਜੇ ਪਾਸੇ ਜਿਹੜੇ ਤੁਹਾਡੇ ਵਰਕਰ ਆ, ਉਹਨਾਂ ਦੀ ਹੈਲਥ ਐਂਡ ਸੇਫਟੀ ਨੂੰ ਵੀ ਪ੍ਰੋਟੈਕਟ ਕਰੋ। ਔਰ ਅਸੀਂ ਤੁਹਾਨੂੰ ਬਿਜ਼ਨਸ এনवायरमेंट ਇਹੋ ਜਿਹਾ ਦੇ ਰਹੇ ਹਾਂ ਜੇ ਸਰਕਾਰ, ਕਿ ਤੁਸੀਂ ਆਓ, ਤੁਹਾਡੇ ਇਨਵੈਸਟਮੈਂਟ ਜਿਹੜੀ ਆ ਉਹ ਵਧੇ, ਤੁਹਾਨੂੰ ਹੋਰ ਆਪਰਚੁਨਿਟੀ ਮਿਲੇ। ਹੁਣ ਅਸੀਂ ਜਿਹੜੇ ਵੱਡੇ ਪ੍ਰੋਜੈਕਟ ਜਿਹੜੇ ਹੈਗੇ ਆ, ਉਹ ਅੰਡਰ CBA ਬਣਾ ਰਹੇ ਹਾਂ, ਕਮਿਊਨਿਟੀ ਬੈਨੀਫਿਟ ਐਗਰੀਮੈਂਟ ਦੇ ਨਾਲ। ਉਹਦੇ ਵਿੱਚ ਅਪ੍ਰੈਂਟਿਸਸ਼ਿਪ ਲਾ ਦਿੱਤੇ ਆ ਵੀ 25% ਜਿਹੜੇ ਕਿਸੇ ਨੇ ਬਿਡ ਕਰਨੀ, 25% ਅਪ੍ਰੈਂਟਿਸਸ਼ਿਪ ਹੋਏਗੀ, ਜਿਹਦੇ ਵਿੱਚ ਔਰਤਾਂ ਨੂੰ ਖਾਸ ਤੌਰ 'ਤੇ, ਇੰਡੀਜਨਸ ਲੋਕਾਂ ਨੂੰ, ਤਾਂ ਜਿਹੜੇ ਪੀਪਲ ਹੈਗੇ ਆਫ ਕਲਰ, ਉਹਨਾਂ ਨੂੰ ਪਹਿਲ ਦਿੱਤੀ ਜਾਏਗੀ ਕਿ ਉਹ ਕੰਮਾਂ ਵਾਸਤੇ। ਨਾਲ ਲੋਕਲ ਜਿਹੜੇ ਹੈਗੇ ਬਿਜ਼ਨਸ ਤੇ ਲੋਕਲ ਵਰਕਰ ਨੂੰ ਪਹਿਲ ਦਿੱਤੀ ਜਾਵੇਗੀ, ਕਿਉਂਕਿ ਲੋਕਾਂ ਦਾ ਪੈਸਾ ਲੋਕਾਂ ਦੇ ਉਸ ਏਰੀਏ ਦੇ ਲੋਕਾਂ ਦੇ ਫਾਇਦੇ ਵਾਸਤੇ ਉਹ ਆਉਣਾ ਚਾਹੀਦਾ। ਸੋ ਆਈ ਥਿੰਕ ਕਾਫੀ ਕਦਮ ਜਦੋਂ ਆਪਾਂ ਚੱਲਾਂਗੇ ਤਾਂ ਬਹੁਤ ਟਾਈਮ ਲੱਗ ਜਾਂਦਾ, ਜਿੰਨਾ ਕੁ ਆਪਣੀ ਪੂਰਤੀਆਂ ਕਰ ਲਈਆਂ, ਪਰ ਹੋਰ ਵੀ ਕੁਝ ਕਰਨ ਵਾਲਾ ਹੈਗਾ। ਮੈਂ ਸਾਹਿਬ, ਮੈਂ ਫਾਈਨਲੀ ਇੱਕ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੂੰਗਾ ਜੀ ਕਿ ਆਪਣੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕਾਫੀ ਲੋਕ ਐਸੇ ਨੇ ਜਿਹੜੇ ਹੋਮਲੈਸ ਨੇ, ਜਿਹੜੇ ਨਾ ਤਾਂ ਪੜ੍ਹ ਪਾਏ ਪ੍ਰੋਪਰ, ਨਾ ਹੀ ਕੋਈ ਕੰਮ ਕਰ ਰਹੇ ਨੇ। ਤੇ ਉਹਨਾਂ ਵਾਸਤੇ ਕੋਈ ਪਲਾਨ ਹੈ ਗਵਰਨਮੈਂਟ ਦਾ ਕਿ ਉਹਨਾਂ ਨੂੰ ਕਿਸੇ ਤਰੀਕੇ ਜਿਹੜਾ ਯੂਟਿਲਿਟੀ ਵਰਕ ਫੋਰਸ ਦੇ ਵਿੱਚ ਤਬਦੀਲ ਕਰਨ? ਪੂਰਾ ਹੁਣ ਇਸ ਵੇਲੇ ਤੁਸੀਂ ਦੇਖੋ, ਮੰਡੇ ਨੂੰ ਇੱਕ 2 ਬਿੱਲ ਨਵੇਂ ਇੰਟਰੋਡਿਊਸ ਹੋ ਰਹੇ। ਸਾਡੇ ਨਵੇਂ ਪ੍ਰੀਮੀਅਰ ਡੇਵਰੀ ਵੀ ਹੋਣੀ ਕਰਨੇ ਆ, ਕਿਉਂਕਿ ਉਹ ਇਸ ਗੱਲ ਦੇ ਚੈਂਪੀਅਨ ਹੈਗੇ ਆ। ਔਰ ਉਹ ਕਹਿੰਦੇ ਅਸੀਂ ਡਾਊਨਟਾਊਨ ਈਸਟ ਸਾਈਡ ਦਾ ਜਿਹੜਾ ਏਰੀਆ, ਜਿੱਥੇ ਬਹੁਤ ਜ਼ਿਆਦਾ ਇਹੋ ਜਿਹੇ ਲੋਕ ਤੁਹਾਨੂੰ ਮਿਲਦੇ ਆ, ਉਹਨਾਂ ਨੂੰ ਵੀ ਅਸੀਂ ਅਪਲਿਫਟ ਕਰਨ ਵਾਸਤੇ ਬੀੜਾ ਕਹਿੰਦੇ ਆਪ ਚੁੱਕਾਂਗੇ। ਸਿਟੀ ਦੇ ਨਹੀਂ ਅਸੀਂ ਡਿਪੈਂਡ ਕਰਦੇ, ਆਪ ਕਰਾਂਗੇ ਅਸੀਂ। ਸੋ ਔਰ ਹਾਊਸਿੰਗ ਪਲਾਨ ਜਿਹੜੀ ਕਾਫੀ ਵੱਡੀ ਕੰਪਲੈਕਸ ਪਲਾਨ ਉਹਨੇ ਲੈ ਕੇ ਆਉਂਦੀ ਹੈ, ਜਿਹੜੇ ਆਲਰੇਡੀ ਅਨਾਉਂਸ ਕਰ ਚੁੱਕੇ ਆ। ਸੋ ਉਹਦੇ ਵਿੱਚ ਬੇਸਮੈਂਟ ਸਵੀਟਾਂ ਨੂੰ ਲੀਗਲ ਕਰਨ ਦੀ, ਤੇ ਇੱਕ ਘਰ ਦੇ ਥਾਂ 'ਤੇ 3 ਘਰ ਉੱਥੇ ਬਣਾ ਲਓ ਜਿੱਥੇ ਲਾਟ ਹੈਗੀਆਂ। ਮਤਲਬ ਇਹੋ ਜਿਹੀਆਂ ਚੀਜ਼ਾਂ ਆ ਰਹੀਆਂ, ਕਿਉਂਕਿ ਹਾਊਸਿੰਗ ਦੀ ਸਪਲਾਈ ਬੜੀ ਘੱਟ ਆ, ਬੰਦੇ ਵੱਧ ਆ ਰਹੇ ਇੱਥੇ, ਤੇ ਇਸੇ ਕਰਕੇ ਪ੍ਰਾਈਸਿਸ ਵੀ ਉੱਪਰ ਜਾ ਰਹੀਆਂ। ਸੋ ਆਈ ਥਿੰਕ ਆਪਾਂ ਨੂੰ ਹਾਊਸ ਜਿਹੜਾ ਜ਼ਿਆਦਾ ਬਣਾਉਣੇ ਪੈਣੇ ਆ। ਔਰ ਜਿਹੜਾ ਡਿਲੇ ਹੁੰਦੀ ਆ ਪਰਮਿਟਿੰਗ ਵਾਸਤੇ ਸਿਟੀ ਦੇ ਵਿੱਚ, ਉਹਨਾਂ 'ਤੇ ਵੀ ਕੰਮ ਹੋ ਰਿਹਾ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਸਪੀਡ ਅਪ ਕਰੀਏ, ਤਾਂ ਕਿ ਜਿਹੜੇ ਘਰ ਬਣਾਉਣ ਵਾਲੇ ਉਹ ਛੇਤੀ ਬਣਵਾਉਣੇ ਸ਼ੁਰੂ ਹੋ ਜਾਣ। ਬੈਂਸ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਡਾ ਬਹੁਤ ਬਹੁਤ, ਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਦੇਸ਼ ਸਾਡਾ, ਆਪਾਂ ਇੱਥੇ ਆਏ ਹਾਂ, ਇਸ ਦੇਸ਼ ਨੇ ਸਾਨੂੰ ਬਹੁਤ ਕੁਝ ਦਿੱਤਾ। ਜਿੰਨਾ ਵੀ ਵੱਧ ਤੋਂ ਵੱਧ ਆਪਾਂ ਆਪ ਆਪਣੇ ਨਿੱਜੀ ਤੌਰ 'ਤੇ ਐਜ਼ ਏ ਕਲੈਕਟਿਵ ਆਪਾਂ ਇਨਵੋਲਵ ਹੋ ਸਕਦੇ ਹਾਂ, ਇਨਵੋਲਵ ਹੋਈਏ, ਆਪੋ ਆਪਣਾ ਯੋਗਦਾਨ ਪਾਈਏ, ਤਾਂ ਕਿ ਅਸੀਂ ਕੈਨੇਡਾ ਆਪਣੇ ਬੱਚੇ ਤੇ ਉਹਨਾਂ ਦੇ ਬੱਚਿਆਂ ਵਾਸਤੇ ਹੋਰ ਵੀ ਵਧੀਆ ਬਣਾਈਏ।
ਉਸ ਕੈਨੇਡਾ ਨਾਲੋਂ ਜਿਹੜਾ ਕਿ ਅਸੀਂ ਆ ਕੇ ਸੰਭਾਲਿਆ ਸੀ। ਸੋ ਆਈ ਥਿੰਕ ਆਪਾਂ ਰਲ ਕੇ ਜੇ ਕੰਮ ਕਰੀਏ। ਆਪਾਂ ਪਿਛਲੇ 2 ਸਾਲ ਦੇਖਿਆ ਪੈਂਡੈਮਿਕ ਦੌਰਾਨ ਸਾਡੇ ਫਰਸਟ ਜਿਹੜੇ ਰਿਸਪੌਂਡਰ ਸੀਗੇ, ਸਾਡੇ ਫਰੰਟ ਲਾਈਨ ਵਰਕਰ ਸੀਗੇ, ਉਹਨਾਂ ਸਾਰਿਆਂ ਨੇ ਆਪਾਂ ਨੂੰ ਚੱਲਦੇ ਰੱਖਿਆ ਤੇ ਆਪਣੀਆਂ ਜਿਹੜੀਆਂ ਜਾਨਾਂ ਰਿਸਕ ਵਿੱਚ ਪਾਈਆਂ, ਉਹਨਾਂ ਦਾ ਵੀ ਧੰਨਵਾਦ ਕਰੀਏ ਤੁਹਾਡਾ ਸਾਰਿਆਂ ਦਾ, ਕਿਉਂਕਿ ਆਪਾਂ ਰਲ ਕੇ ਬਹੁਤ ਕੁਝ ਕਰ ਸਕਦੇ ਹਾਂ। ਤੁਹਾਡਾ ਬਹੁਤ ਸਾਰਿਆਂ ਦਾ ਇੱਕ ਵਾਰ ਫਿਰ ਦੁਬਾਰਾ ਧੰਨਵਾਦ। ਸੋ ਸਾਥੀਓ, ਇਹ ਸਨ ਓਨਰੇਬਲ ਲੇਬਰ ਮਿਨਿਸਟਰ ਮਿਸਟਰ ਹੈਰੀ ਬੈਂਸ, ਜਿਨ੍ਹਾਂ ਨੇ ਡਿਟੇਲ ਦੇ ਵਿੱਚ ਸਾਰੀਆਂ ਸਾਡੇ ਸਵਾਲਾਂ ਦਾ ਵੀ ਜਵਾਬ ਦਿੱਤਾ ਤੇ ਜਿਹੜੀਆਂ ਪਾਲਿਸੀਜ਼ ਅਪਕਮਿੰਗ ਹੈਗੀਆਂ ਲੇਬਰ ਵਾਸਤੇ, ਉਹਨਾਂ ਦੀ ਭਲਾਈ ਵਾਸਤੇ, ਉਹਨਾਂ ਦਾ ਵੀ ਸਾਰਾ ਵਰਣਨ ਕੀਤਾ ਹੈਗਾ। ਉਮੀਦ ਹੈ ਤੁਹਾਨੂੰ ਇਹ ਇੰਟਰਵਿਊ ਪਸੰਦ ਆਏਗੀ। ਕਮੈਂਟ ਕਰਕੇ ਜ਼ਰੂਰ ਦੱਸਣਾ। ਕੈਮਰਾਮੈਨ ਅਰਵਿੰਦਰ ਦੇ ਨਾਲ ਮੈਂ ਕੁਲਦੀਪ ਮਾਨ ਫਾਰ TV ਪੰਜਾਬ। ਧੰਨਵਾਦ।